ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਸਤ ਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਉਰ ਧਾਰ। ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਔਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1414 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ 12 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰੇ ਔਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ ਤੇ ਅੱਜ ਸਤਿਗੁਰੂ ਜੀ ਨੇ ਜੋ ਪਾਵਨ ਉਪਦੇਸ਼ ਸਾਨੂੰ ਆਪਣੀ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤਾ, ਉਹਦੇ ਵਿੱਚ ਮਾਲਕ ਜੀ ਨੇ ਅੱਜ ਪਹਿਲੇ ਸ਼ਲੋਕ ਵਿੱਚ ਉਹਨਾਂ ਮਨੁੱਖਾਂ ਦੀ ਗੱਲ ਕੀਤੀ, ਉਹਨਾਂ ਜੀਵਾਂ ਦੀ ਗੱਲ ਕੀਤੀ ਜਿਹੜੇ ਸੰਸਾਰ ਤੇ ਆਏ ਤੇ ਹਨ, ਪਰ ਉਹਨਾਂ ਦਾ ਸੰਸਾਰ ਤੇ ਆਇਆ ਹੋਇਆ ਕਿਸੇ ਲਾਹੇ ਵਿੱਚ ਨਹੀਂ ਪਿਆ, ਉਹ ਲੇਖੇ ਵਿੱਚ ਨਹੀਂ ਪਿਆ। ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਕੀਤਾ ਕਿ ਜੀਵ ਇਸ ਸੰਸਾਰ ਤੇ ਆਇਆ ਹੈ ਮਨੁੱਖਾ ਸਰੀਰ ਲੈ ਕੇ, ਮਨੁੱਖਾ ਕਾਇਆ ਲੈ ਕੇ। ਹੁਣ ਇਹ ਮਨੁੱਖਾ ਕਾਇਆ ਇਹਨੂੰ ਮਿਲੀ ਹੈ, ਖਿਆਲ ਰੱਖਿਓ ਹੈ ਇਹ ਵੀ ਜਿਹੜੀਆਂ 84 ਲੱਖ ਜੂਨਾਂ ਮੰਨੀਆਂ ਗਈਆਂ ਨੇ ਉਹਨਾਂ ਵਿੱਚੋਂ ਇੱਕ ਜੂਨ ਹੈ। ਹੁਣ ਉਹਨਾਂ 84 ਲੱਖ ਜੂਨਾਂ ਦੇ ਵਿਚਲੀ ਇਹ ਵੀ ਇੱਕ ਜੂਨ ਹੈ, ਜੀਵ ਭੋਗ ਰਿਹਾ ਹੈ।
ਬਸ ਫਰਕ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਬਾਕੀ ਜੂਨਾਂ ਨੇ ਉਹਨਾਂ ਦੇ ਕੋਲ ਨਾ ਤੇ ਮਨੁੱਖ ਵਰਗੀ ਮੱਤ ਹੈ, ਨਾ ਉਹਨਾਂ ਦੇ ਕੋਲ ਮਨੁੱਖ ਵਰਗੀ ਸਿਆਣਪ ਹੈ, ਤੇ ਨਾ ਹੀ ਮਨੁੱਖ ਵਰਗਾ ਉਹਨਾਂ ਦਾ ਜਿਉਣਾ ਜਿਹੜਾ ਉਹ ਬਣ ਸਕਿਆ। ਜਿਉਂ ਉਹ ਵੀ ਰਹੇ ਨੇ, ਉਹਨਾਂ ਕੋਲ ਵੀ ਆਪਣੇ ਘਰ ਬਣਾਏ ਹੋਏ ਨੇ, ਉਹ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਨੇ, ਆਪਣੇ ਪੇਟ ਦੀ ਪੂਰਤੀ ਕਰਦੇ ਨੇ। ਤੇ ਇੱਕ ਇਨਸਾਨ ਹੈ ਜਿਹੜਾ ਜਿਉਂ ਰਿਹਾ, ਘਰ ਇਹਦੇ ਕੋਲ ਵੀ ਹੈ, ਇਹ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ, ਆਪਣੇ ਪੇਟ ਦੀ ਪੂਰਤੀ ਕਰਦਾ, ਆਪਣੇ ਬੱਚਿਆਂ ਦੀ ਪ੍ਰਤਪਾਲਣਾ ਕਰਦਾ। ਇੰਨਾ ਕੁ ਕਾਰਜ ਤੇ ਹਰ ਜੀਵ ਕਰ ਰਹੇ ਨੇ, ਪਰ ਉਹਨਾਂ ਜੀਵਾਂ ਦੇ ਮਨਾਂ ਵਿੱਚ ਜਾਂ ਉਹਨਾਂ ਦੀ ਮੱਤ ਵਿੱਚ ਜਿਸ ਪ੍ਰਕਾਰ ਅਕਾਲ ਪੁਰਖ ਪਰਮੇਸ਼ਵਰ ਨੇ ਬਣਾਏ ਨੇ ਉਹ ਉਸੇ ਤਰ੍ਹਾਂ ਰਹਿ ਰਹੇ। ਮਨੁੱਖ ਨੇ ਆਪਣੇ ਜੀਵਨ ਨੂੰ ਡਿਵੈਲਪ ਕਰਦਿਆਂ ਹੋਇਆਂ, ਆਪਣੀ ਜ਼ਿੰਦਗੀ ਨੂੰ ਬਦਲਦਿਆਂ ਹੋਇਆਂ, ਜਿਹਨੂੰ ਆਪਾਂ ਅੱਜ ਕਹਿ ਦਿੰਦੇ ਆ ਜੀ ਮਨੁੱਖ ਨੇ ਤਰੱਕੀ ਬਹੁਤ ਕੀਤੀ ਹੈ, ਤਰੱਕੀ ਕਰਦਾ ਹੋਇਆ ਇਹ ਇਨਸਾਨ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਇਹਨੇ ਆਪਣੇ ਕੋਲ ਬਣਾਈਆਂ। ਜਿਵੇਂ ਸਰੀਰਾਂ ਦੇ ਨੰਗੇਜ ਢੱਕਣ ਵਾਸਤੇ ਆਪਣੇ ਤਨ ਦੇ ਉੱਤੇ ਵਸਤਰ ਸਜਾਏ, ਫਿਰ ਇਹਨੇ ਆਪਣੇ ਚੱਲਣ ਫਿਰਨ ਵਾਸਤੇ ਕੋਈ ਨਾ ਕੋਈ ਜ਼ਰੀਆ, ਕੋਈ ਨਾ ਕੋਈ ਢੰਗ, ਕੋਈ ਨਾ ਕੋਈ ਤਰੀਕਾ ਬਣਾਇਆ, ਇਹ ਤੁਰਿਆ ਫਿਰਦਾ ਹੈ। ਹੁਣ ਇਹਨਾਂ ਚੀਜ਼ਾਂ ਨੂੰ ਵੇਖ ਕੇ ਅਸੀਂ ਇਹ ਕਹਿ ਲੈਂਦੇ ਆ ਕਿ ਮਨੁੱਖ ਦੀ ਮੱਤ ਜਿਹੜੀ ਹੈ, ਇਹਦਾ ਮਾਈਂਡ ਜਿਹੜਾ ਇਹ ਬੜਾ ਸ਼ਾਰਪ ਹੈ। ਮਨੁੱਖ ਨੂੰ ਮੱਤ ਬੁੱਧੀ ਮਾਲਕ ਨੇ ਬੜੀ ਪਿਆਰੀ ਦੇ ਕੇ ਨਵਾਜੀ ਹੈ। ਹੁਣ ਇਹ ਕਾਰਜ ਕਰਦਿਆਂ ਹੋਇਆਂ ਮਨੁੱਖ ਆਪਣੇ ਆਪ ਨੂੰ ਬੜਾ ਚੰਗਾ ਤੇ ਭਾਗਾਂ ਵਾਲਾ ਸਮਝਦਾ ਹੈ ਕਿ ਮੈਂ ਇੰਨਾ ਕੁਝ ਕਰਨ ਦੇ ਕਾਬਲ ਹਾਂ। ਹੁਣ ਖਿਆਲ ਕਰਿਓ, ਜਿਹੜਾ ਬਚਨ ਗੁਰੂ ਸਾਹਿਬ ਜੀ ਦਾ ਬਾਣੀ ਵਿੱਚ ਆਪ ਜੀ ਦੇ ਸਨਮੁਖ ਮੈਂ ਰੱਖਣ ਲੱਗਿਆ, ਉਹਦੇ ਵਿੱਚ ਨਾ ਮਾਲਕ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਹੁਣ ਦੋ ਚੀਜ਼ਾਂ ਨੇ, ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਨੇ ਗੁਰੂ ਪੁਰਖ ਨੂੰ ਸੇਵਿਆ ਨਹੀਂ, ਮਤਲਬ ਚੇਤੇ ਨਹੀਂ ਕੀਤਾ ਜਾਂ ਉਹਦੀ ਸੇਵਾ ਨਹੀਂ ਕੀਤੀ। ਸ਼ਬਦ ਨਾ ਕੀਤੋ ਵਿਚਾਰ, ਤੇ ਨਾ ਹੀ ਉਹਦੇ ਸ਼ਬਦ ਨੂੰ ਕਦੇ ਵਿਚਾਰਨ ਦੀ ਕੋਸ਼ਿਸ਼ ਕੀਤੀ, ਉਹਦੀ ਸਿੱਖਿਆ ਨੂੰ ਵਿਚਾਰਨ ਦੀ ਕਦੇ ਕੋਸ਼ਿਸ਼ ਕੀਤੀ, ਕਦੇ ਯਤਨ ਕੀਤਾ। ਫਿਰ ਮਾਲਕ ਜੀ ਨੇ ਅੱਗੇ ਫੈਸਲਾ ਦਿੱਤਾ, ਕਹਿੰਦੇ ਓਏ ਮਾਨਸ ਜੂਨ ਨਾ ਆਖੀ ਹੈ। ਉਹ ਮਨੁੱਖ ਖਵਾਉਣ ਦੇ ਹੱਕਦਾਰ ਨਹੀਂ ਹੈ, ਉਹਨਾਂ ਦੀ ਜੂਨੀ ਮਨੁੱਖਾਂ ਵਾਲੀ ਨਹੀਂ ਹੈ। ਪਸ਼ੂ ਢੋਰ ਗਾਵਾਰ, ਉਹ ਤੇ ਪਸ਼ੂ ਨੇ, ਉਹ ਗਾਵਾਰ ਨੇ, ਉਹ ਤੇ ਮੂਰਖ ਨੇ, ਜਿਨ੍ਹਾਂ ਕੋਲ ਆ ਦੋ ਚੀਜ਼ਾਂ ਨਹੀਂ। ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਹੁਣ ਅੱਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫੈਸਲਾ ਹੈ, ਮਾਲਕ ਜੀ ਦੇ ਰਹੇ, ਕਹਿੰਦੇ ਸਤਿਗੁਰ ਨਾ ਸੇਵਿਓ, ਸ਼ਬਦ ਨਾ ਰੱਖਿਓ ਔਰ ਧਾਰ। ਜਿਨ੍ਹਾਂ ਨੇ ਗੁਰੂ ਨੂੰ ਨਹੀਂ ਸੇਵਿਆ ਤੇ ਆਪਣੀ ਜ਼ਿੰਦਗੀ ਦੇ ਅੰਦਰ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਨਹੀਂ ਰੱਖਿਆ। ਫਿਰ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹੋ, ਮਲਕ ਪਾਤਸ਼ਾਹ ਜੀ ਆਖਦੇ ਕਿ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਨਹੀਂ ਨਾ, ਜਿਨ੍ਹਾਂ ਨੇ ਗੁਰੂ ਨੂੰ ਚੇਤੇ ਨਹੀਂ ਕੀਤਾ, ਉਹਨਾਂ ਦਾ ਜੀਵਨ ਤੇ ਫਿਟਕਾਰਯੋਗ ਹੈ। ਕਿਉਂਕਿ ਅੱਜ ਦੇ ਪਾਵਨ ਬਚਨਾਂ 'ਚ ਵੀ ਆਖ ਰਹੇ ਕਿ ਜੀਵਨ ਤ੍ਰਿਕਾਰ ਹੈ, ਉਹਨਾਂ ਦਾ ਜਿਉਣਾ ਤ੍ਰਿਕਾਰ ਹੈ। ਤੇ ਜਿਨ੍ਹਾਂ ਨੇ ਸਤਿਗੁਰੂ ਦੀ ਆਰਾਧਨਾ ਕੀਤੀ, ਨਾ ਗੁਰੂ ਨੂੰ ਸੇਵਿਆ, ਨਾ ਸਤਿਗੁਰੂ ਨੇ ਇੱਕ ਵਾਰ ਨਹੀਂ, ਬਾਣੀ ਦੇ ਅੰਦਰ ਬੜੀ ਵਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਨੇ ਗੁਰੂ ਪੁਰਖ ਨੂੰ ਸੇਵਿਆ ਨਹੀਂ, ਸੇ ਕਿਤ ਆਏ ਸੰਸਾਰ। ਉਹ ਸੰਸਾਰ ਦੇ ਉੱਤੇ ਆਏ ਕਿਸ ਕਾਰਜ ਵਾਸਤੇ ਨੇ? ਜਿੱਥੇ ਜੀਵ ਇਨਸਾਨ ਸੰਸਾਰ ਤੇ ਆਇਆ, ਇਹ ਦੁਨਿਆਵੀ ਕਾਰ ਵਿਹਾਰ ਕਰਦਾ ਹੈ ਨਾ, ਉੱਥੇ ਸਤਿਗੁਰੂ ਦੀ ਬਾਣੀ ਨੇ ਇੱਕ ਫੈਸਲਾ ਇਹਨੂੰ ਹੋਰ ਦਿੱਤਾ। ਮਾਲਕ ਕਹਿੰਦੇ ਵੀ ਕੱਲਾ ਇਹ ਨਾ ਸੋਚ ਕੇ ਤੂੰ ਦੁਨੀਆ ਦੇ ਕਾਰ ਵਿਹਾਰ ਕਰਨ ਵਾਸਤੇ ਹੀ ਚੱਲ ਕੇ ਆਇਆ ਹੈ। ਇੱਕ ਖਿਆਲ ਰੱਖੀ, ਆਇਓ ਸੁਣਨ ਪੜਨ ਕੋ ਬਾਣੀ, ਪਰ ਅਫਸੋਸ ਨਾਮ ਵਿਸਾਰ ਲੱਗੇ ਅੰਨ ਲਾਲਚ।
ਬਿਰਥਾ ਜਨਮ ਪ੍ਰਾਨੀ। ਆਇਆ ਤੇ ਤੂੰ ਸੀ ਬਾਣੀ ਨੂੰ ਸੁਣਨ ਔੜ ਪੜਨ ਵਾਸਤੇ, ਕੱਲੇ ਸੰਸਾਰਕ ਕਾਰ ਵਿਹਾਰ ਕਰਨ ਲਈ ਨਹੀਂ ਸੀ ਭੇਜਿਆ। ਪਰ ਜੀਵ ਇਹਨਾਂ ਸੰਸਾਰਕ ਕਾਰਾਂ ਤੇ ਵਿਹਾਰਾਂ ਵਿੱਚ ਇੰਨਾ ਕੁ ਗਲਤਾਨ ਹੋ ਗਿਆ, ਇੰਨਾ ਕੁ ਉਲਝ ਕੇ ਰਹਿ ਗਿਆ। ਮਾਲਕ ਕਹਿੰਦੇ ਇਹਨੇ ਨਾਮ ਵਿਸਾਰ ਲੱਗੇ ਅਨ ਲਾਲਚ, ਨਾਮ ਭੁਲਾਤਾ, ਭੁਲਾ ਕੇ ਉਸ ਅਕਾਲ ਪੁਰਖ ਦੇ ਚਿੰਤਨ ਨੂੰ, ਉਹਦੀ ਯਾਦ ਨੂੰ, ਉਹਦੇ ਨਾਮ ਨੂੰ ਲੱਗੇ ਅਨ ਲਾਲਚ, ਹੋਰ ਕਈ ਲਾਲਚਾਂ ਵਿੱਚ ਉਲਝ ਗਿਆ। ਤੇ ਬਿਰਥਾ ਜਨਮ ਪ੍ਰਾਨੀ, ਇਸ ਪ੍ਰਾਣੀ ਦਾ ਜਿਹੜਾ ਜੀਵਨ ਸੀ ਨਾ, ਜਨਮ ਸੀ, ਉਹ ਇਹਨੇ ਵਿਅਰਥ ਲੰਘਾ ਲਿਆ। ਹੁਣ ਆਇਆ ਤੇ ਸੀ ਸੰਸਾਰ ਦੇ ਉੱਤੇ। ਸਤਿਗੁਰੂ ਕਹਿੰਦੇ ਕਦੇ ਆਪਣੇ ਸੰਸਾਰ ਉੱਤੇ ਆਉਣ ਦਾ ਮਕਸਦ, ਸੰਸਾਰ ਉੱਤੇ ਆਉਣ ਦਾ ਜਿਹੜਾ ਅਸਲ ਦੇ ਅੰਦਰ ਮਨੋਰਥ ਸੀ ਨਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ, ਉਹਨੂੰ ਸਮਝਣ ਦਾ ਯਤਨ ਕਰ। ਤੂੰ ਉਸ ਮਨੋਰਥ ਤੋਂ ਕਈ ਕੋਹਾਂ ਦੀ ਦੂਰੀ ਤੇ ਬੈਠਾ ਹੈ, ਤੇਰੇ ਕੋਲ ਉਹ ਮਨੋਰਥ ਦੇ ਪ੍ਰਤੀ ਕੋਈ ਜਾਗਰੂਕਤਾ ਨਹੀਂ, ਤੇਰੇ ਕੋਲ ਉਸ ਮਨੋਰਥ ਦੇ ਪ੍ਰਤੀ ਕੋਈ ਸੁਚੇਤਤਾ ਨਹੀਂ। ਤੂੰ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਆਪਣੇ ਜੀਵਨ ਨੂੰ ਅਜਾਈ ਲੰਘਾਉਂਦਾ ਜਾ ਰਿਹਾ ਹੈ। ਚਾਹੀਦਾ ਤੇ ਇਹ ਸੀ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਪੜੋ, ਮਾਲਕ ਬਾਣੀ ਦੇ ਰਾਹੀਂ ਕੱਲੀ ਕੱਲੀ ਸਾਨੂੰ ਨਾ ਆਪਣੀ ਜੀਵਨੀ ਦੇ ਵਿੱਚ, ਆਪਣੀ ਜ਼ਿੰਦਗੀ ਦੇ ਅੰਦਰ ਅਸੀਂ ਕੀ ਕਰਨਾ, ਸਾਨੂੰ ਕਿੱਦਾਂ ਦਾ ਜੀਵਨ ਜਿਉਣਾ ਚਾਹੀਦਾ ਹੈ, ਸਾਨੂੰ ਜੀਵਨ ਮਿਲਿਆ ਕਿਸ ਵਾਸਤੇ ਹੈ, ਸਾਨੂੰ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ। ਸਾਡੇ ਜਨਮ ਤੋਂ ਲੈ ਕੇ, ਜਾਂ ਇਉਂ ਕਹਿ ਲਈਏ ਗਰਭ ਵਿੱਚ ਵਾਸਾ ਲੈਣ ਤੋਂ ਲੈ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਮੌਤ ਤੱਕ ਚੇਤੇ ਕਰਾਇਆ ਕਿ ਭਾਈ ਤੂੰ ਜ਼ਿੰਦਗੀ ਕਿੱਦਾਂ ਜਿਉਣੀ ਹੈ, ਤੇਰੇ ਜੀਵਨ ਜਿਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ। ਕੱਲਾ ਕੱਲਾ ਢੰਗ, ਕੱਲਾ ਕੱਲਾ ਜੀਵਨ ਜਿਉਣ ਦੀ ਸ਼ੈਲੀ, ਕੱਲਾ ਕੱਲਾ ਆਪਣੇ ਜੀਵਨ ਦੇ ਵਿੱਚ ਅਸੀਂ ਕਿਸ ਉਮਰੇ ਕੀ ਕਾਰਜ ਕਰਨੇ ਜਾਂ ਕਿਸ ਉਮਰੇ ਕੀ ਕਾਰਜ ਕੀਤੇ, ਕਿਹੜੇ ਕਾਰਜਾਂ ਵਿੱਚ ਜੀਵ ਉਲਝ ਕੇ ਰਹਿ ਗਿਆ। ਸਤਿਗੁਰੂ ਨੇ ਕੱਲੀ ਕੱਲੀ ਬਾਤ ਨੂੰ ਸਾਨੂੰ ਸਮਝਾਇਆ ਤੇ ਮਾਲਕ ਨੇ ਨਾਲ ਇਹ ਦੱਸਿਆ ਕਿ ਤੂੰ ਇਸ ਗੱਲ ਦਾ ਖਿਆਲ ਕਰ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਕਿਉਂਕਿ ਤੈਨੂੰ ਇਹ ਜੀਵਨ ਮਿਲਿਆ, ਤੂੰ ਇਸ ਭਰਮ ਤੇ ਭੁਲੇਖੇ ਵਿੱਚ ਤੁਰਿਆ ਫਿਰਦਾ ਕਿ ਮਨੁੱਖਾ ਜਨਮ ਮਿਲ ਗਿਆ, ਇਹ ਮਨੁੱਖਾ ਜਨਮ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਐਸ਼ ਪ੍ਰਸਤੀ ਕਰਨ ਵਾਸਤੇ ਮਿਲਿਆ, ਜਾਂ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉ ਸਕਾਂ, ਇਸ ਕਰਕੇ ਮੈਨੂੰ ਮਨੁੱਖਾ ਜਨਮ ਮਿਲਿਆ। ਠੀਕ ਹੈ, ਸਤਿਗੁਰੂ ਦੀ ਬਾਣੀ ਨੇ ਫੈਸਲਾ ਦਿੱਤਾ ਕਿ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਕਿ ਤੇਰੀ ਇਸ ਧਰਤੀ ਉੱਤੇ ਸਰਦਾਰੀ ਹੈ ਭਾਈ, ਬਾਕੀ ਜੂਨਾਂ ਸਾਰੀਆਂ ਹੀ ਤੇਰੀਆਂ ਪਾਣੀਹਾਰ ਨੇ, ਔਰ ਮਨੁੱਖ ਦੇ ਅਧੀਨ ਨੇ ਬਾਕੀ ਸਾਰੀਆਂ ਦੀਆਂ ਸਾਰੀਆਂ ਜੂਨਾਂ। ਚਾਹੇ ਕੋਈ ਜੈਸੀ ਮਰਜ਼ੀ ਜੂਨ ਹੈ, ਜੈਸੀ ਮਰਜ਼ੀ ਉਹਦੀ ਹਸਤੀ ਹੈ, ਪਰ ਮਨੁੱਖ ਨੂੰ ਰੱਬ ਨੇ ਐਸੀ ਮੱਤ ਦੇ ਕੇ ਨਵਾਜਿਆ, ਐਸਾ ਦਿਮਾਗ ਦੇ ਕੇ ਨਵਾਜਿਆ ਕਿ ਇਹ ਆਪਣੀ ਸਿਆਣਪ, ਆਪਣੀ ਬੁੱਧੀ ਤੇ ਆਪਣੀ ਮੱਤ ਦੇ ਨਾਲ ਹਰ ਇੱਕ ਜੀਵ ਨੂੰ ਆਪਣੇ ਕਾਬੂ 'ਚ ਕਰ ਲੈਂਦਾ, ਹਰ ਜੀਵ ਨੂੰ ਆਪਣੇ ਅਧੀਨ ਕਰ ਲਿਆ, ਉਹਨੂੰ ਪਾਣੀਹਾਰ ਬਣਾ ਲੈਂਦਾ। ਪਰ ਮਾਲਕ ਜੀ ਕਹਿੰਦੇ ਜੇ ਧਰਤੀ ਉੱਤੇ ਤੇਰੀ ਸਿੱਖਦਾਰੀ ਹੈ, ਬਾਕੀ ਜੂਨਾਂ ਤੇਰੀਆਂ ਪਾਣੀਹਾਰ ਨੇ, ਤੇ ਫਿਰ ਇੰਨਾ ਕੁ ਤੇ ਖਿਆਲ ਰੱਖਣਾ ਜਾਂ ਇੰਨਾ ਕੁ ਸਮਝ ਕੇ ਚੱਲ ਵੀ ਕੇਵਲ ਤੈਨੂੰ ਇੱਥੇ ਆ ਸਿੱਖਦਾਰੀ ਜਾਂ ਆਪਣੇ ਜੀਵਨ ਨੂੰ ਆਪਣੀ ਮਰਜ਼ੀ ਨਾਲ ਜਿਉਣ ਵਾਸਤੇ ਨਹੀਂ ਦਿੱਤਾ ਗਿਆ। ਤੂੰ ਇਸ ਜੀਵਨ ਨੂੰ ਜਿਉਂਦਿਆਂ ਹੋਇਆ ਕਿਤੇ ਗੁਰੂ ਆਸ਼ੇ ਮੁਤਾਬਕ ਤੈਨੂੰ ਜਿਉਣ ਦਾ ਤਰੀਕਾ ਆ ਜਾਏ, ਗੁਰੂ ਦੇ ਦਰਸਾਏ ਮਾਰਗ ਉੱਤੇ ਤੈਨੂੰ ਚੱਲਣ ਦੀ ਜਾਂਚ ਆ ਜਾਏ, ਸਤਿਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ਉੱਤੇ ਤੈਨੂੰ ਚੱਲਣਾ ਆ ਜਾਏ। ਆ ਜਨਮ ਤੇ ਤੈਨੂੰ ਤਾਂ ਮਿਲਿਆ, ਜੀਵਨ ਤਾਂ ਮਿਲਿਆ, ਪਰ ਤੂੰ ਇਸ ਜੀਵਨ ਦੇ ਅੰਦਰ ਆਪਣੀ ਜ਼ਿੰਦਗੀ ਵਿੱਚ ਵੀ ਕੀ ਕੀਤਾ, ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਤੋਂ ਬਿਨਾਂ ਇਹਨੂੰ ਗੁਜ਼ਾਰਿਆ ਤੇ ਆਪਣੇ ਜੀਵਨ ਵਿੱਚ ਸਤਿਗੁਰ ਪੁਰਖ ਨੂੰ ਸੇਵ ਨਹੀਂ ਸਕਿਆ। ਤੇ ਜਿਨ੍ਹਾਂ ਗੁਰੂ ਪੁਰਖ ਨੂੰ ਨਾ ਸੇਵਿਆ, ਸਤਿਗੁਰੂ ਨੇ ਆਖਿਆ ਵੀ ਉਹਨਾਂ ਦਾ ਆਇਆ ਸੰਸਾਰ ਉੱਤੇ ਕਿਸੇ ਲੇਖੇ ਵਿੱਚ ਨਹੀਂ ਪਿਆ, ਕਿਉਂਕਿ ਉਹ ਆਏ ਔਰ ਨਾ ਆਏ ਇੱਕ ਬਰਾਬਰ ਨੇ। ਜਿਹੜੇ ਕਾਰਜ ਵਾਸਤੇ ਆਏ ਸੀ ਉਹ ਕਾਰਜ ਕੀਤਾ ਕੋਈ ਨਹੀਂ, ਤੇ ਜਦੋਂ ਕਾਰਜ ਕੀਤਾ ਹੀ ਨਹੀਂ ਫਿਰ ਆਇਆ ਤੇ ਭਾਵੇਂ ਨਾ ਆਇਆ ਜੀਵ ਇੱਕ ਬਰਾਬਰ ਹੀ ਹੈ। ਆਪਾਂ ਸੰਸਾਰਕ ਤੌਰ ਤੇ ਵੀ ਜੇ ਵੇਖੀਏ
ਹਰ ਬੰਦਾ ਕੋਈ ਨਾ ਕੋਈ ਕਾਰਜ ਕਰਨ ਦੀ ਆਸ ਲੈ ਕੇ ਘਰੋਂ ਤੁਰਦਾ। ਕਿਸੇ ਅਸਥਾਨ ਤੇ ਵੀ ਗਿਆ ਨਾ, ਇਹ ਆਪਣੇ ਮਨ ਵਿੱਚ ਕਿਸੇ ਨਾ ਕਿਸੇ ਕਾਰਜ ਦੇ ਸਾਰੇ ਪਲਾਨ ਯੋਜਨਾ ਨੂੰ ਬਣਾ ਕੇ ਤੇ ਫਿਰ ਤੁਰਿਆ। ਹੁਣ ਜਦੋਂ ਉਹ ਜਾਂਦਾ ਹੈ, ਉਹ ਆਪਣੇ ਕਾਰਜ ਦੀ ਸਾਰੀ ਯੋਜਨਾ ਬਣਾ ਕੇ ਗਿਆ। ਉੱਥੇ ਜਾ ਕੇ ਉਹਨੇ ਬਕਾਇਦਾ ਕਿਹੜਾ ਕਿਹੜਾ ਕਾਰਜ ਕਿਵੇਂ ਕਿਵੇਂ ਕਰਨਾ ਸਾਰਾ ਕੁਝ ਇਹਨੇ ਨਿਯੁਕਤ ਕੀਤਾ। ਪਰ ਜੇ ਇਹ ਉੱਥੇ ਜਾ ਕੇ ਕਾਰਜ ਨਾ ਕਰੇ, ਜਿਸ ਜਗ੍ਹਾ ਤੇ ਇਨਸਾਨ ਨੇ ਜਾਣਾ ਸੀ, ਜਿਹਨੂੰ ਆਪਾਂ ਹੋਰ ਸੌਖੇ ਤਰੀਕੇ ਨਾਲ ਸਮਝ ਲਈਏ ਕਿ ਇੱਕ ਬੱਚਾ ਆਪਣੇ ਘਰੋਂ ਸਕੂਲ ਦੇ ਵਿੱਚ ਜਾਂਦਾ ਹੈ ਪੜ੍ਹਨ ਵਾਸਤੇ, ਵਿੱਦਿਆ ਗ੍ਰਹਿਣ ਕਰਨ ਵਾਸਤੇ, ਗਿਆਨ ਇਕੱਠਾ ਕਰਨ ਵਾਸਤੇ। ਘਰੋਂ ਕਿਉਂ ਗਿਆ? ਉਹਨੇ ਮੋਢੇ ਤੇ ਭਾਰ ਚੁੱਕਿਆ, ਮੋਢਿਆਂ ਤੇ ਚੁੱਕ ਕੇ ਭਾਰ ਤੇ ਤੁਰਿਆ ਜਾਂਦਾ ਹੈ। ਸਕੂਲ ਜਾ ਕੇ ਬਹਿ ਜਾਂਦਾ, 6 ਘੰਟੇ 7 ਘੰਟੇ ਦਾ ਸਮਾਂ ਉੱਥੇ ਲਾਉਣਾ। ਕਾਹਦੇ ਵਾਸਤੇ? ਸਿਰਫ ਇਸੇ ਕਰਕੇ ਹੀ ਨਾ ਵੀ ਮੈਂ 4 ਅੱਖਰ ਸਿੱਖ ਲਾਂ, ਪੜ੍ਹ ਲਾਂ। ਹੁਣ ਉਹ ਸਾਰਾ ਸਾਲ ਜਾਂਦਾ ਰਿਹਾ, ਸਾਰਾ ਸਾਲ ਜਾਣ ਦੇ ਬਾਵਜੂਦ ਹੁਣ ਉਹਨੇ ਭਾਰ ਵੀ 1 ਸਾਲ ਪੂਰਾ ਢੋਇਆ। ਭਾਰ ਹੀ ਢੋਇਆ ਨਾ ਕਿਤਾਬਾਂ ਦਾ ਮੋਢਿਆਂ ਤੇ ਰੱਖ ਰੱਖ ਕੇ। ਫਿਰ ਉੱਥੇ ਜਾ ਕੇ ਰੋਜ਼ਾਨਾ ਦੇ 6 ਘੰਟੇ 7 ਘੰਟੇ ਦਾ ਸਮਾਂ ਸਪੈਂਡ ਵੀ ਕਰਨਾ, ਉਹਨੂੰ ਲੰਘਾਉਣਾ ਵੀ। ਵਾਪਸ ਪਰਤ ਆਉਣਾ। ਸਾਲ ਬਾਅਦ ਫਿਰ ਪ੍ਰੀਖਿਆ ਹੋਈ। ਜਿਸ ਪ੍ਰੀਖਿਆ ਨੇ ਇਹ ਸਾਬਤ ਕਰਨਾ ਵੀ ਇਹਨੇ ਕਿੰਨਾ ਕੁ ਗਿਆਨ ਇਕੱਠਾ ਕਰ ਲਿਆ ਜਾਂ ਇਹਨੇ ਕਿੰਨੇ ਕੁ ਅੱਖਰ ਆਪਣੇ ਪੱਲੇ ਪਾ ਲਏ। ਹੁਣ ਉਹ ਪ੍ਰੀਖਿਆ ਜਦੋਂ ਆਈ ਤੇ ਪ੍ਰੀਖਿਆ ਵਿੱਚ ਆਇਆ ਕੁਛ ਵੀ ਨਾ, ਤੇ ਫਿਰ ਪਰਿਵਾਰ ਵਾਲੇ ਤੇ ਅਧਿਆਪਕ ਕਹਿ ਦਿੰਦੇ ਵੀ ਤੂੰ ਸਕੂਲ ਕਰਨ ਕੀ ਆਉਣਾ? ਜੇ ਤੂੰ ਕੁਝ ਪੜ੍ਹਨਾ ਹੀ ਨਹੀਂ, ਕੁਝ ਸਿੱਖਣਾ ਹੀ ਨਹੀਂ, ਤੇ ਫਿਰ ਸਕੂਲ ਕਰਨ ਕੀ ਆ ਰਹੇ? ਐਵੇਂ ਕਿਉਂ ਧਨ ਦਾ ਨੁਕਸਾਨ ਵੀ ਕਰ ਰਹੇ ਆ? ਉਹਨਾਂ ਦਾ ਜਿਹੜਾ ਉਸ ਵਕਤ ਬੱਚੇ ਨੂੰ ਨਸੀਹਤ ਹੈ ਉਹ ਇਹ ਦਿੱਤੀ ਜਾ ਰਹੀ ਵੀ ਕਿਉਂ ਨੁਕਸਾਨ ਕਰਨ ਲੱਗਾ ਹੋਇਆ? ਪੈਸੇ ਦਾ ਵੀ ਨੁਕਸਾਨ ਹੈ, ਸਮੇਂ ਦੀ ਵੀ ਬਰਬਾਦੀ ਤੂੰ ਕਿਉਂ ਕਰਨ ਲੱਗਾ? ਹੁਣ ਗੱਲ ਇਹ ਨਹੀਂ ਵੀ ਉੱਥੇ ਹੁਣ ਬੱਚੇ ਨੂੰ ਇਹ ਸਮਝਾਇਆ ਜਾ ਰਿਹਾ ਕਿ ਪੈਸਾ ਤੂੰ ਨਾ ਬਰਬਾਦ ਕਰ। ਗੱਲ ਇਹ ਹੈ ਵੀ ਜੇ ਤੂੰ ਪੜ੍ਹਨਾ ਹੀ ਨਹੀਂ ਤੇ ਫਿਰ ਪੜ੍ਹਾਈ ਛੱਡ, ਆਪਣਾ ਸਮਾਂ ਖਰਾਬ ਕਰਨ ਦੀ ਬਜਾਏ ਜਿਹੜਾ ਕਾਰਜ ਤੂੰ ਕਰਨਾ ਚਾਹੁੰਦਾ ਉਹ ਕਰ ਲੈ। ਗੱਲ ਤੇ ਇਹ ਹੀ ਹੈ ਨਾ। ਹੁਣ ਇਸੇ ਤਰ੍ਹਾਂ ਆ ਇਨਸਾਨ ਹੈ। ਉੱਥੇ ਮਾਂ-ਬਾਪ ਨੇ ਕਾਗਜ਼ ਦੇ ਟੁਕੜੇ ਦੇ ਕੇ ਪੜ੍ਹਨ ਭੇਜਿਆ, ਮਹੀਨੇ ਬਾਅਦ ਇੱਕ ਫੀਸ ਭਰਨੀ ਪਈ। ਮੰਥਲੀ ਫੀ ਅਸੀਂ ਜਿਹਨੂੰ ਕਹਿੰਦੇ ਆ, ਸਾਲ ਬਾਅਦ ਐਡਮਿਸ਼ਨ ਫੀਸ ਭਰਨੀ ਪੈਂਦੀ ਹੈ। ਜੇ ਪਹਿਲੋਂ ਬੱਚੇ ਨੂੰ ਦਾਖਲ ਕਰਵਾਉਣਾ ਤੇ ਹੁਣ ਸਕੂਲ ਦਾ ਇਹ ਵੀ ਰੂਲ ਨਿਯਮ ਬਣਾ ਦਿੱਤਾ ਗਿਆ ਵੀ ਪਹਿਲੋਂ ਡੋਨੇਸ਼ਨ ਵੀ ਦੇਣਾ ਪਏਗਾ। ਉਹ ਸਾਰਾ ਕੁਝ ਮਾਂ-ਬਾਪ ਕਰਨ ਨੂੰ ਤਿਆਰ, ਉਹਨਾਂ ਡੋਨੇਸ਼ਨ ਵੀ ਦੇਤਾ, ਐਡਮਿਸ਼ਨ ਵੀ ਕਰਾਤੀ, ਫਿਰ ਮੰਥਲੀ ਫੀਸ ਵੀ ਭਰੀ ਜਾਂਦੇ ਤੇ ਬੱਚਾ ਪੜ੍ਹੇ ਨਾ। ਤੇ ਮਾਂ-ਬਾਪ ਅਗਲੇ ਸਾਲ ਭੇਜਦੇ ਨਹੀਂ, ਉਹ ਵੀ ਘਰੇ ਹੀ ਬਾ ਲੈਂਦੇ ਵੀ ਬਹਿ ਜਾ, ਕਿਉਂ ਪੈਸਾ ਖਰਾਬ ਕਰਨ ਲੱਗਾ ਤੂੰ। ਰੱਬ ਨੇ ਨਾ ਸਾਨੂੰ ਸਵਾਸਾਂ ਰੂਪੀ ਧਨ ਦੇ ਕੇ ਭੇਜਿਆ। ਪੈਸਾ ਹੈ ਬੜਾ ਵੱਡਾ, ਬੜਾ ਕੀਮਤੀ ਧਨ ਹੈ ਇਹ। ਹੁਣ ਇੱਥੇ ਜਦੋਂ ਉਹਨੇ ਸਾਹ ਦੇ ਕੇ ਭੇਜੇ, ਸਾਨੂੰ ਆਹ ਧਨ ਦੇ ਕੇ ਭੇਜਿਆ, ਉਹਨੇ ਇੱਕ ਨਾਲ ਨਸੀਹਤ ਵੀ ਦੇ ਕੇ ਭੇਜਿਆ ਸੀ ਵੀ ਤੂੰ ਚੱਲਿਆ ਤੇ ਉੱਥੇ ਜਾ ਕੇ ਤੂੰ ਆਰਾਧਨਾ ਕਰਨੀ ਹੈ, ਆਪਣੇ ਸਵਾਸ ਅਜਾਈ ਨਹੀਂ ਲੰਘਾਉਣੇ, ਸਾਹ ਵਿਅਰਥ ਨਹੀਂ ਲੰਘਾਉਣੇ। ਇਹ ਇਨਸਾਨ ਕਹਿੰਦਾ ਠੀਕ ਹੈ। ਹੁਣ ਇੱਥੇ ਆ ਕੇ ਜੇ ਇਹ ਇਨਸਾਨ ਆਪਣੇ ਸਵਾਸਾਂ ਦਾ ਲਾਹਾ ਨਾ ਖੱਟੇ, ਉਹਨਾਂ ਨੂੰ ਸਫਲ ਕਰਨ ਦੀ ਕੋਸ਼ਿਸ਼, ਯਤਨ ਨਾ ਕਰੇ, ਤੇ ਧਨ ਦੀ ਬਰਬਾਦੀ ਹੈ ਕਿ ਨਹੀਂ ਹੈ? ਤੇ ਕੀ ਅਕਾਲ ਪੁਰਖ ਵੱਲੋਂ ਸਾਨੂੰ
ਦੁਰਕਾਰਿਆ ਨਹੀਂ ਜਾਏਗਾ, ਕਿ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਸਾਨੂੰ ਫਿਟਕਾਰਿਆ ਨਹੀਂ ਜਾਏਗਾ, ਕਿ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਫਿਰ ਸਾਨੂੰ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਡਾਂਟਿਆ ਵੀ ਜਾਏਗਾ। ਹੋ ਸਕਦਾ ਹੈ ਕਈ ਪ੍ਰਕਾਰ, ਕਿਉਂਕਿ ਅਕਾਲ ਪੁਰਖ ਵੱਲੋਂ ਡਾਂਟਣਾ, ਅਕਾਲ ਪੁਰਖ ਵੱਲੋਂ ਸਮਝਾਉਣਾ ਹੀ ਹੈ। ਜਦੋਂ ਸਾਡੇ ਤਨ ਉੱਤੇ ਦੁੱਖ ਤਕਲੀਫ ਆਉਂਦੀ ਨਾ, ਇਹ ਕਹਿ ਸਕਦੇ ਹਾਂ ਕਿ ਰੱਬ ਵੱਲੋਂ ਦਿੱਤੀ ਇੱਕ ਝਿੜਕ ਹੈ ਵੀ ਸ਼ਾਇਦ ਸਾਨੂੰ ਸਮਝ ਲੱਗ ਜਾਏ ਵੀ ਅਸੀਂ ਸਾਹ ਰੂਪੀ ਧਨ ਵਿਅਰਥ ਗਵਾ ਰਹੇ ਹਾਂ, ਇਹਨੂੰ ਅਜਾਈ ਨਾ ਗਵਾਈਏ। ਸੰਸਾਰਕ ਤੌਰ ਤੇ ਹੋ ਜਾਂਦਾ ਹੈ ਕਿ ਬੱਚੇ ਨੂੰ ਘਰੇ ਬਿਠਾ ਲਿਆ, ਫੀਸ ਦੇਣ ਤੋਂ ਖਹਿੜਾ ਛੁੱਟ ਗਿਆ ਜੀ, ਅਸੀਂ ਨਾ ਸਕੂਲੇ ਭੇਜਿਆ ਤੇ ਨਾ ਫੀਸ ਦੇਣੀ ਪਈ। ਪਰ ਸੰਸਾਰ ਤੇ ਆਏ ਆ, ਇੱਥੇ ਸਾਰਾ ਧਨ ਰੱਬ ਨੇ ਇੱਕੋ ਵਾਰੀ ਦੇ ਕੇ ਭੇਜ ਦਿੱਤਾ ਹੈ, ਤੇ ਹੁਣ ਉਹ ਜਿੰਨਾ ਸਵਾਸਾਂ ਦਾ ਧਨ ਦੇ ਕੇ ਭੇਜਿਆ, ਉਹ ਜਿੰਨਾ ਚਿਰ ਪੂਰਾ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਵਾਪਸ ਪਰਤ ਨਹੀਂ ਸਕਦੇ। ਤੇ ਇਹ ਨਾ ਹੋਵੇ ਕਿ ਸਾਰਾ ਹੀ ਸਵਾਸਾਂ ਦਾ ਧਨ ਅਸੀਂ ਅਜਾਈਂ ਲੰਘਾ ਕੇ ਚਲੇ ਜਾਈਏ, ਵਿਅਰਥ ਗਵਾ ਕੇ ਚਲੇ ਜਾਈਏ। ਅਸੀਂ ਇਹਨੂੰ ਸਫਲ ਕਰਨ ਦੀ ਕੋਸ਼ਿਸ਼ ਯਤਨ ਕਰ ਲਈਏ ਕਿ ਸਾਡਾ ਸਾਹਾਂ ਰੂਪੀ ਧਨ ਬਹੁਤਾ ਨਹੀਂ, ਤੇ ਅਸੀਂ ਕੋਈ ਆਪਣੇ ਇੱਕ ਦਿਨ ਵਿੱਚੋਂ ਥੋੜੇ ਬਹੁਤੇ ਰਤਾ ਮਾਤਰ ਹੀ ਆਪਣੇ ਸਵਾਸ ਕਿਤੇ ਲਾਹੇ ਵਿੱਚ ਲਾ ਲਈਏ, ਕਿਤੇ ਰਤਾ ਮਾਤਰ 2 ਅੱਖਰ ਅਸੀਂ ਸਿੱਖ ਲਈਏ ਕਿ ਸਾਡੇ ਖਰਚੇ ਪੈਸਿਆਂ ਦਾ ਮੁੱਲ ਮੁੜ ਆਏ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਏਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਲਾਹੇ ਵਿੱਚ ਉਹੀ ਸਵਾਸ ਪੈਣੇ ਨੇ ਜਿਨ੍ਹਾਂ ਸਾਹਾਂ ਨੂੰ ਰੱਬ ਦੇ ਨਾਮ ਲਾ ਕੇ ਫਿਰ ਲਿਆ। ਸਤਿਗੁਰੂ ਨਾ ਸੇਵਿਓ, ਮਾਲਕ ਕਹਿੰਦੇ ਜਿਨ੍ਹਾਂ ਗੁਰੂ ਨਹੀਂ ਸੇਵਿਆ। ਸ਼ਬਦ ਨਾ ਰੱਖਿਓ ਉਰ ਧਾਰ, ਗੁਰੂ ਕੀ ਸਿੱਖਿਆ ਨੂੰ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਨਹੀਂ ਰੱਖਿਆ, ਫਿਰ ਉਹਨਾਂ ਦਾ ਹਾਲਾਤ ਕੀ ਹੈ? ਕਹਿੰਦੇ ਤਿਗ ਤਨਾ ਕਾ ਜੀਵਿਆ ਕਿਤ ਆਏ ਸੰਸਾਰ। ਉਹਨਾਂ ਦਾ ਜਿਉਣਾ ਤ੍ਰਿਕਾਰਯੋਗ ਹੈ, ਫਿਟਕਾਰਯੋਗ ਹੈ। ਉਹਨਾਂ ਦਾ ਜਿਉਣਾ ਉਸ ਸੰਸਾਰ ਤੇ ਆਏ ਕਿਸ ਕਾਰਜ ਵਾਸਤੇ ਨੇ? ਕਾਹਦੇ ਲਈ ਆਏ ਸੰਸਾਰ ਦੇ ਉੱਤੇ ਜਿਨ੍ਹਾਂ ਦਾ ਜਿਉਣਾ ਹੀ ਫਿਟਕਾਰਯੋਗ ਬਣ ਗਿਆ? ਫਿਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਉਹ ਤੇ ਫਿਰ ਖਾ ਖਾ ਕੇ ਅਸੀਂ ਬਸ ਆਪਣਾ ਜਿਹੜਾ ਸਰੀਰ ਹੈ, ਕਾਇਆ ਹੈ, ਇਹਨੂੰ ਸਾਂਭਣ ਤੇ ਜ਼ੋਰ ਦੇ ਕੇ ਬੈਠੇ ਆ। ਜਿਉਣਾ ਤੇ ਧਰੇਗੀ ਹੈ ਨਾ, ਫਿਟਕਾਰਯੋਗ ਹੈ ਜਿਉਣਾ। ਉਹਨਾਂ ਦਾ ਸਤਿਗੁਰੂ ਕਹਿੰਦੇ ਧ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜਿਉਣਾ ਕੀ ਹੈ? ਤ੍ਰਿਕਾਰਯੋਗ ਹੈ। ਕਿੰਨਾਂ ਦਾ? ਸਤਿਗੁਰ ਨਾ ਸੇਵਿਓ, ਜਿਨ੍ਹਾਂ ਨੇ ਗੁਰੂ ਨਹੀਂ ਸੇਵਿਆ, ਜਿਨ੍ਹਾਂ ਚੇਤੇ ਹੀ ਨਹੀਂ ਕੀਤਾ। ਔਰ ਆਏ ਕਿਸ ਕਾਰਜ ਵਾਸਤੇ ਸਾਂ ਸੰਸਾਰ ਤੇ? ਕਾਹਦੇ ਲਈ ਆਏ? ਜਿਹੜਾ ਕਾਰਜ ਕਰਨ ਵਾਸਤੇ ਇਕੱਠ ਬਣਦਾ ਨਾ, ਉੱਥੇ ਹਰ ਮਨੁੱਖ ਆਪਣੀ ਆਪਣੀ ਪਰਫਾਰਮੈਂਸ ਦਿੰਦਾ। ਜਿਵੇਂ ਇੱਕ ਇਕੱਠ ਹੋਇਆ, ਉੱਥੇ 10 ਤੋਂ 20 ਮਨੁੱਖ ਇਕੱਠੇ ਹੋਏ, ਕੱਲੇ ਕੱਲੇ ਮਨੁੱਖ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਵੀ ਤੁਸੀਂ ਬੋਲਣਾ ਹੈ। ਹੁਣ ਵਾਰੀ-ਵਾਰੀ ਸਾਰੇ ਬੋਲੀ ਜਾਣ। 20 ਮਨੁੱਖ ਨੇ, ਇੱਕ ਬੋਲਿਆ, 2 ਬੋਲਿਆ, 4 ਬੋਲੇ, 6 ਬੋਲੇ, 10 ਬੋਲੇ। 10 ਬੋਲਣ ਤੋਂ ਬਾਅਦ ਜਦੋਂ ਬਾਕੀਆਂ ਦੀ ਵਾਰੀ ਆਈ ਤੇ ਕਹਿਣ ਅਸੀਂ ਤਾਂ ਨਹੀਂ ਬੋਲਣਾ, ਫਿਰ ਇਹੀ ਸਵਾਲ ਹੋਏਗਾ ਨਾ ਵੀ ਆਏ ਕੀ ਲੈਣ ਸੀ ਜੇ ਬੋਲਣਾ ਹੀ ਨਹੀਂ ਸੀ। ਤੇ ਜੇ ਬੋਲਣਾ ਹੀ ਨਹੀਂ ਸੀ, ਵੀ ਆਪਾਂ ਜਿਸ ਕਾਰਜ ਵਾਸਤੇ ਇਕੱਠੇ, ਮਸ਼ਵਰਾ ਕਰਨ ਲਈ ਇਕੱਠੇ ਹੋਏ ਆ, ਸਲਾਹ ਕਰਨ ਲਈ ਇਕੱਠੇ ਹੋਏ ਆ, ਤੇ ਜੇ ਸਲਾਹ ਦੇਣੀ ਹੋਈ ਨਹੀਂ ਸੀ, ਫਿਰ ਆਇਆ ਕੀ ਲੈਣ? ਕਰਨ ਕੀ ਆਇਆ? ਆਪਾਂ ਦੁਨਿਆਵੀ ਤੌਰ ਤੇ ਇਸ ਗੱਲ ਨੂੰ ਜੇ ਪੜ੍ਹੀ ਵਿਚਾਰੀਏ ਨਾ, ਸਮਝੀਏ, ਤੇ ਕੱਲੇ ਕੱਲੇ ਫੀਲਡ ਵਿੱਚ ਵਿਚਰਦਿਆਂ ਹੋਇਆਂ ਸਾਡੇ ਸਾਹਮਣੇ ਇਹ ਸਵਾਲ ਆਉਂਦਾ ਹੈ ਕਿ ਜੇ ਅਸੀਂ ਕੰਮ ਕਰਨਾ ਹੀ ਨਹੀਂ ਸੀ ਤੇ ਆਏ ਕੀ ਕਰਨਾ? ਜੇ ਅਸੀਂ ਕਾਰਜ ਕਰਨਾ ਹੀ ਨਹੀਂ ਸੀ ਤੇ ਅਸੀਂ ਆਏ ਕੀ ਲੈਣਾ? ਅਸੀਂ ਕਰਨ ਕੀ ਆਏ?
ਤੇ ਜੇ ਹਰ ਫੀਲਡ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਭਾਈ ਤੂੰ ਕੰਮ ਕਰਨਾ ਹੈ, ਜਿਵੇਂ ਕੋਈ ਇਨਸਾਨ ਨੌਕਰੀ ਕਰਨ ਵਾਲਾ, ਉਹ ਨੌਕਰੀ ਕਰਨ ਜਾ ਰਿਹਾ, ਹੁਣ ਉਹਨੂੰ ਨੌਕਰੀ ਕਰਨ ਦੀ ਤਨਖਾਹ ਸੈਲਰੀ ਮਿਲ ਰਹੀ ਹੈ, ਉਹਦੇ ਸਿਰ ਉੱਤੇ ਉਹਦਾ ਮਾਲਕ ਬੈਠਾ, ਉਹਨੂੰ ਨੌਕਰੀ ਕਰਵਾਉਣ ਵਾਲਾ ਬੈਠਾ ਹੈ, ਤੇ ਜੇ ਉਹ ਆਪਣੇ ਸੇਵਕ ਨੂੰ ਨੌਕਰੀ ਨੂੰ ਕਰਦੇ ਨੂੰ ਨਾ ਵੇਖੇ, ਕੰਮ ਕਰਦੇ ਨੂੰ ਨਾ ਵੇਖੇ, ਤੇ ਮਾਲਕ ਕਹਿ ਹੀ ਦਿੰਦਾ ਨਾ ਵੀ ਜੇ ਵਿਹਲੇ ਹੀ ਬਹਿਣਾ ਸੀ ਤੇ ਘਰੇ ਹੀ ਰਹਿੰਦਾ, ਫਿਰ ਇੱਥੇ ਕੀ ਕਰਨਾ ਆ? ਇੱਥੇ ਤੈਨੂੰ ਕੰਮ ਕਰਨ ਨੂੰ ਰੱਖਿਆ, ਤੇਰੇ ਤੋਂ ਕੰਮ ਕਰਾਉਣ ਦੀ ਅਸੀਂ ਤੈਨੂੰ ਤਨਖਾਹ ਦਿੰਨੇ ਆ, ਤੇਰੇ ਕੋਲੋਂ ਕਾਰਜ ਕਰਵਾਉਣ ਦੇ ਤੈਨੂੰ ਪੈਸੇ ਦਿੰਨੇ ਆ, ਜੇ ਤੂੰ ਕੰਮ ਕਰਨਾ ਹੀ ਨਹੀਂ ਸੀ ਤੇ ਆਇਆ ਕੀ ਕਰਨਾ, ਘਰੇ ਬੈਠਦਾ। ਨੌਕਰੀ ਕਰਵਾਉਣ ਵਾਲੇ ਨੇ ਵੀ ਵਿਹਲਿਆਂ ਨਹੀਂ ਬਹਿਣ ਦਿੱਤਾ। ਉਹ ਕਹਿੰਦਾ ਵੀ ਮੈਂ ਪੈਸੇ ਦੇਣੇ ਤੈਨੂੰ ਮਹੀਨੇ ਬਾਅਦ, ਤੇ ਮੈਂ ਵਿਹਲਾ ਬਿਠਾ ਕੇ ਕਿਉਂ ਦੇਵਾਂ? ਤੇ ਮਨੁੱਖਾ, ਤੂੰ ਇੱਥੇ ਰੱਬ ਦਾ ਭੇਜਿਆ ਆਇਆ ਹੈ, ਤੇ ਉਹਨੇ ਤੈਨੂੰ ਵਿਹਲੇ ਰਹਿਣ ਨੂੰ ਥੋੜੀ ਭੇਜਿਆ ਸੀ। ਜਾਂ ਉਹਨੇ ਤੈਨੂੰ ਇਸ ਕਰਕੇ ਨਹੀਂ ਭੇਜਿਆ ਵੀ ਤੂੰ ਉੱਥੇ ਬੈਠਾ ਜਾਵੇਂ ਸੰਸਾਰ ਤੇ, ਧਰਤੀ ਤੇ ਜਾਵੇਂ ਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਐਸ਼ ਪ੍ਰਸਤੀ ਕਰੇ, ਕੋਈ ਕਾਰਜ ਲਾਹੇ ਦਾ ਨਾ ਕਰੇ, ਸਾਰਾ ਕੁਝ ਨੁਕਸਾਨ ਦਾ ਕਾਰਜ ਕਰੀ ਜਾਏ। ਵੇਖੋ, ਨੌਕਰੀ ਕਰਨ ਵਾਲਾ ਨੌਕਰੀ ਕਰਦਾ, ਮਾਲਕ ਵਿਹਲਾ ਨਹੀਂ ਬੈਠਣ ਦਿੰਦਾ, ਤੇ ਜੇ ਨੌਕਰੀ ਕਰਨ ਵਾਲਾ ਮਾਲਕ ਦਾ ਨੁਕਸਾਨ ਵੀ ਕਰੇ ਤੇ ਸਵਾਲ ਫਿਰ ਖੜੋਤਾ ਹੈ, ਤੈਨੂੰ ਕਾਹਦੇ ਲਈ ਰੱਖਿਆ ਜੇ ਮੈਂ ਨੁਕਸਾਨ ਹੀ ਕਰਾਉਣਾ? ਤੇ ਹੁਣ ਉਹ ਜਿਹੜਾ ਨੌਕਰ ਰੱਖਿਆ, ਜਿਵੇਂ ਅਕਾਊਂਟੈਂਟ ਰੱਖਿਆ ਗਿਆ, ਉਹ ਅਕਾਊਂਟੈਂਟ ਕੋਲੋਂ ਹਰ ਚੀਜ਼ ਪੁੱਛ ਕੇ ਚੱਲਦਾ ਵੀ ਕਿੱਧਰੋਂ ਮੈਂ ਡੈਬਿਟ ਕਰਾਂ, ਕਿੱਧਰੋਂ ਕ੍ਰੈਡਿਟ ਕਰਾਂ, ਕਿਹੜੇ ਪਾਸਿਓਂ ਪੈਸੇ ਕਢਾਵਾਂ, ਕਿਹੜੇ ਪਾਸੇ ਪੈਸੇ ਲਾਵਾਂ, ਕਿੱਦਾਂ ਮੈਂ ਆਪਣਾ ਜਿਹੜਾ ਸਮਾਂ ਹੈ ਉਹਨੂੰ ਵਿਅਤੀਤ, ਜਿਹੜਾ ਪੈਸਾ ਹੈ ਉਹਨੂੰ ਸਪੈਂਡ ਕਿੱਦਾਂ ਕਰਾਂ, ਖਰਚ ਕਿੱਦਾਂ ਕਰਾਂ। ਹਰ ਚੀਜ਼ ਮਨੁੱਖ ਨੇ, ਉਸ ਮਾਲਕ ਨੇ ਆਪਣੇ ਅਕਾਊਂਟੈਂਟ ਤੋਂ ਪੁੱਛ ਕੇ ਫਿਰ ਕੀਤੀ। ਹੁਣ ਅਕਾਊਂਟੈਂਟ ਮਾਲਕ ਨੂੰ ਕੀ ਦੱਸਦਾ? ਜਿਹਦੇ ਨਾਲ ਮਾਲਕ ਦਾ ਪ੍ਰੋਫਿਟ ਹੋਵੇ, ਉਸੇ ਤਰ੍ਹਾਂ ਹੀ ਖਰਚਣ ਨੂੰ ਦੱਸਦਾ। ਅਕਾਊਂਟੈਂਟ ਰੱਖਿਆ ਤੇ ਇਸੇ ਕਰਕੇ ਹੀ ਹੈ ਨਾ, ਵੀ ਮੈਨੂੰ ਲਾਸ ਔਰ ਪ੍ਰੋਫਿਟ ਜਿਹੜਾ ਉਹਦਾ ਪਤਾ ਲੱਗਦਾ ਰਹੇ, ਮੇਰੀ ਬੈਲੈਂਸ ਸ਼ੀਟ ਦਾ ਮੈਨੂੰ ਖਿਆਲ ਹੋਵੇ ਕਿ ਕਿੱਦਾਂ ਦੀ ਹੈ, ਇਸ ਕਰਕੇ ਰੱਖਿਆ ਗਿਆ। ਹੁਣ ਜੇ ਅਕਾਊਂਟੈਂਟ ਰੱਖਣ ਤੋਂ ਬਾਅਦ ਵਿੱਚ ਸਾਨੂੰ ਇਹ ਹੀ ਨਾ ਪਤਾ ਲੱਗੇ ਵੀ ਸਾਨੂੰ ਘਾਟਾ ਪੈ ਰਿਹਾ ਕਿ ਵਾਧਾ ਹੋ ਰਿਹਾ, ਜਿੱਦਣ ਅੱਖਾਂ ਸਾਹਮਣੇ ਰਿਜ਼ਲਟ ਆਵੇ ਤੇ ਉਦਣ ਅਸੀਂ ਵੇਖ ਕੇ ਹੈਰਾਨ ਹੋ ਜਾਈਏ, ਸਾਡੇ ਪੈਰਾਂ ਤਲਿਓਂ ਜ਼ਮੀਨ ਨਿਕਲ ਜਾਏ ਕਿ ਇੰਨਾ ਘਾਟਾ, ਸਾਡੇ ਕਾਰਜ ਵਿੱਚ, ਸਾਡੇ ਬਿਜ਼ਨਸ ਵਿੱਚ ਸਾਨੂੰ ਇੰਨਾ ਲਾਸ, ਫਿਰ ਸਭ ਤੋਂ ਪਹਿਲਾਂ ਅਸੀਂ ਕਿਸੇ ਨੂੰ ਮਾੜਾ ਕਹਿਣ ਤੋਂ ਅਕਾਊਂਟੈਂਟ ਫੜੀਦਾ ਵੀ ਤੂੰ ਦੱਸ ਮੈਨੂੰ ਦੱਸਿਆ ਕਿਉਂ ਨਹੀਂ ਵੀ ਆਹ ਕੁਛ ਹੋ ਰਿਹਾ, ਤੈਨੂੰ ਖਿਆਲ ਕਿਉਂ ਨਹੀਂ, ਤੂੰ ਮੈਨੂੰ ਦੱਸਿਆ ਕਿਉਂ ਨਹੀਂ। ਫਿਰ ਅਕਾਊਂਟੈਂਟ ਨੂੰ, ਖਿਮਾ ਕਰਿਓ ਮੈਂ ਲਫ਼ਜ਼ ਵਰਤਣ ਲੱਗਿਆ, ਉਹ ਮਾਲਕ ਬੇਇੱਜ਼ਤ ਕਰਦਾ, ਨਾਲੇ ਬੇਇੱਜ਼ਤ ਕਰਦਾ ਤੇ ਨਾਲੇ ਨੌਕਰੀ ਚੋਂ ਕੱਢ ਦਿੰਦਾ ਵੀ ਜਾ ਭਾਜਾ, ਹੁਣ ਅਸੀਂ ਤੈਨੂੰ ਇੱਥੇ ਰੱਖ ਨਹੀਂ ਸਕਦੇ। ਤੇ ਮਨੁੱਖਾ, ਤੇਰਾ ਜਿੱਦਣ ਲੇਖਾ ਹੋਣਾ ਉਦਣ ਕੀ ਬਣਨਾ? ਕਿੰਨਾ ਘਾਟਾ ਪੈ ਰਿਹਾ, ਇੱਕ ਦਿਨ ਚ ਕਿੰਨਾ ਲਾਸ ਹੋ ਰਿਹਾ, ਤੇ ਫਿਰ ਧਿੱਗ ਤਿੰਨਾਂ ਕਾ ਜੀਵਿਆ। ਤੇ ਰੱਬ ਵੱਲੋਂ ਕਿਹਾ ਹੀ ਜਾਣਾ ਨਾ ਵੀ ਤੂੰ ਕਰਨ ਕੀ ਆਇਆ ਸੀ, ਤੈਨੂੰ ਕਾਹਦੇ ਵਾਸਤੇ ਭੇਜਿਆ? ਜੇ ਤੂੰ ਉੱਥੇ ਜਾ ਕੇ ਆਹੀ ਕੁਛ ਕਰਨਾ ਸੀ, ਘਾਟਾ ਹੀ ਪਾਉਣਾ ਸੀ, ਤੇ ਫਿਰ ਅਸੀਂ ਤੈਨੂੰ ਭੇਜਦੇ ਹੀ ਨਾ। ਇੱਕ ਖਿਆਲ ਰੱਖਿਓ, ਜਿਸ ਦਿਨ ਰੱਬ ਕੋਲੋਂ ਆਉਣਾ ਸੀ ਨਾ, ਉਦੋਂ ਰੱਬ ਨੂੰ ਅਸੀਂ ਕਹਿੰਦੇ ਰਹੇ ਆ, ਰੱਬਾ ਉੱਥੇ ਜਾ ਕੇ ਤੈਨੂੰ ਚੇਤੇ ਕਰਾਂਗੇ, ਜ਼ਰੂਰ ਚੇਤੇ ਕਰਾਂਗੇ, ਤੂੰ ਸੰਸਾਰ ਤੇ ਭੇਜ ਦੇ, ਅਸੀਂ ਤੇਰੀ ਆਰਾਧਨਾ ਕਰ ਸਕੀਏ, ਸਾਨੂੰ ਸੰਸਾਰ ਉੱਤੇ ਭੇਜ, ਅਸੀਂ ਤੈਨੂੰ ਚੇਤੇ ਕਰ ਸਕੀਏ। ਜੇ ਉੱਥੇ ਹੀ ਕਹਿ ਦਿੰਦੇ ਨਾ ਵੀ ਰੱਬਾ ਅਸੀਂ ਚੇਤੇ ਨਹੀਂ ਕਰਨਾ, ਤੇ ਸ਼ਾਇਦ ਅਕਾਲ ਪੁਰਖ ਧਰਤੀ ਤੇ ਨਾ ਭੇਜਦਾ। ਜਿਸ ਦਿਨ ਰੱਬ ਨੇ ਭੇਜਣਾ ਸੀ, ਉਦਣ ਤੇ ਰੱਬ ਨੂੰ ਅਸੀਂ ਖੁਦ ਆਖਦੇ ਰਹੇ ਹਾਂ ਕਿ ਰੱਬਾ ਭੇਜ, ਅਸੀਂ ਚੇਤੇ ਕਰਾਂਗੇ। ਜੇ ਉੱਥੇ ਹੀ ਕਹਿ ਦਿੰਦੇ ਰੱਬਾ ਚੇਤੇ ਨਹੀਂ ਕਰ ਸਕਦੇ, ਮਰਜ਼ੀ ਤੇਰੀ, ਭੇਜਣਾ ਭੇਜ ਦੇ, ਤੇ ਸ਼ਾਇਦ ਅਕਾਲ ਪੁਰਖ ਧਰਤੀ ਤੇ ਨਾ ਭੇਜਦਾ। ਉਹ ਤੇ ਇੱਥੇ ਆ ਕੇ ਹੀ ਵਿਸਰੇ ਆ ਨਾ, ਧਰਤੀ ਤੇ ਆ ਕੇ ਹੀ ਭੁੱਲੇ ਆ। ਧਰਤੀ ਉੱਤੇ ਆਉਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਵਾਸਾ ਲੈ ਕੇ ਵੀ ਉਹ ਚੇਤੇ ਰਿਹਾ।
ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਗਰਭ ਵਿੱਚ ਵਾਸੇ ਤੇ ਵੀ ਅਸੀਂ ਰੱਬ ਚੇਤੇ ਰੱਖਿਆ, ਰੱਬ ਨੇ ਉੱਥੇ ਸਾਨੂੰ ਸੰਭਾਲਿਆ, ਬਚਾ ਕੇ ਰੱਖਿਆ, ਤੇ ਗਰਭ ਚੋਂ ਜਦੋਂ ਅਸੀਂ ਜਨਮ ਲੈ ਲਿਆ, ਸੰਸਾਰ ਤੇ ਆ ਗਏ, ਉਦੋਂ ਹੀ ਰੱਬ ਭੁੱਲ ਗਿਆ। ਤੇ ਫਿਰ ਜਦੋਂ ਰੱਬ ਭੁੱਲਿਆ, ਹੁਣ ਜੀਵ ਕਿੱਡੇ ਦੁੱਖ ਤੇ ਤਕਲੀਫਾਂ ਵਿੱਚ ਨੇ। ਇਹ ਕਾਰਨ ਹੈ ਰੱਬ ਨੂੰ ਵਿਸਾਰ ਦੇਣ ਦਾ, ਰੱਬ ਨੂੰ ਭੁੱਲ ਜਾਣ ਦਾ। ਸਾਡੀ ਜ਼ਿੰਦਗੀ ਵਿੱਚ ਦੁੱਖ ਇੱਕ ਕਾਰਨ ਹੈ। ਜੇ ਉਹ ਚੇਤੇ ਹੁੰਦਾ, ਉਹ ਯਾਦ ਹੁੰਦਾ, ਜੇ ਉਹ ਉਸ ਥਾਂ ਉੱਤੇ ਸੰਭਾਲ ਸਕਦਾ ਜਿੱਥੋਂ ਬਚਣ ਦੀ ਕੋਈ ਉਮੀਦ ਨਹੀਂ, ਜਿੱਥੇ ਕੋਈ ਆਸ ਨਹੀਂ ਕਿ ਜੀਵਨ ਸੰਭਵ ਹੈ, ਜੇ ਉਹ ਉੱਥੇ ਵੀ ਜ਼ਿੰਦਗੀ ਨੂੰ ਸੰਭਵ ਬਣਾ ਸਕਦਾ ਤੇ ਫਿਰ ਸੰਸਾਰ ਉੱਤੇ ਤੇ ਜੀਵਨ ਫਿਰ ਸੰਭਵ ਹੈ। ਪਰ ਅਫਸੋਸ ਇਹ ਹੈ ਕਿ ਅਸੀਂ ਆਏ ਤਾਂ ਹਾਂ, ਉਹਦੇ ਨਾਲ ਵਾਅਦੇ ਕੀਤੇ ਸੀ, ਉਹਦੇ ਨਾਲ ਕਈ ਕੁਝ ਅਸੀਂ ਕਰਕੇ ਆਏ, ਪਰ ਇੱਥੇ ਆਉਂਦਿਆਂ ਅਸੀਂ ਅਕਿਰਤ ਘਣ ਬਣ ਗਏ। ਅਕਿਰਤ ਘਣ ਇਸੇ ਕਰਕੇ ਬਣੇ ਕਿ ਉਹ ਸੰਸਾਰ ਤੇ ਆਉਣ ਤੋਂ ਪਹਿਲਾਂ ਤੇ ਰੱਬ ਨਾਲ ਬੜੀ ਤਰ੍ਹਾਂ ਦੇ ਵਾਅਦੇ, ਬੜੀ ਤਰ੍ਹਾਂ ਦੇ ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਜ਼ੁਬਾਨਾਂ ਕੀਤੀਆਂ, ਪਰ ਇੱਥੇ ਆ ਕੇ ਉਹਦੇ ਕੀਤੇ ਸਾਰੇ ਹੀ ਉਪਕਾਰ ਅਸੀਂ ਵਿਸਾਰ ਕੇ ਤੇ ਅਕਿਰਤ ਘਣਤਾ ਵਾਲਾ ਮਾਰਗ ਚੁਣ ਲਿਆ। ਅਕਿਰਤ ਘਣ ਬਣ ਗਏ ਤੇ ਫਿਰ ਸਾਰੀ ਜ਼ਿੰਦਗੀ ਹੀ ਅਕਿਰਤ ਘਣਾ ਵਾਲੀ ਬਤੀਤ ਕੀਤੀ। ਅਕਿਰਤ ਘਣਾ ਵਾਲੀ ਜ਼ਿੰਦਗੀ ਜਿਉਂਦਿਆਂ ਵੇਖਿਆ, ਜਦੋਂ ਸੰਸਾਰ ਉੱਤੇ ਧਰਤੀ ਨੇ ਵੇਖਿਆ ਕਿ ਅਕਿਰਤ ਘਣ ਬਹੁਤ ਇਕੱਠੇ ਹੋ ਗਏ, ਤੇ ਉਦੋਂ ਉਹਨੂੰ ਰੱਬ ਅੱਗੇ ਪੁਕਾਰ ਕਰਨੀ ਪੈਗੀ ਵੀ ਰੱਬਾ ਮੇਰੀ ਪੁਕਾਰ ਹੈ ਤੇਰੇ ਅੱਗੇ ਵੀ ਮੇਰੇ ਉੱਤੇ ਨਾ ਅਕਿਰਤ ਘਣਾ ਦਾ ਭਾਰ ਬਹੁਤ ਵੱਧ ਗਿਆ, ਤੇ ਹੁਣ ਇਹਨਾਂ ਨੂੰ ਘਟਾ ਦੇ, ਅਕਿਰਤ ਘਣ ਚੁੱਕ ਲਾ। ਜਿਹੜੇ ਤੈਨੂੰ ਹੀ ਨਹੀਂ ਚੇਤੇ ਕਰ ਸਕਦੇ, ਉਹਨਾਂ ਦੂਜੇ ਦਾ ਉਪਕਾਰ ਕੀ ਚੇਤੇ ਰੱਖਣਾ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਗੁਰੂ ਨਹੀਂ ਸੇਵਿਆ, ਨਾ ਆਪਣੇ ਹਿਰਦੇ 'ਚ ਸ਼ਬਦ ਧਾਰ ਕੇ ਰੱਖਿਆ, ਉਹਨਾਂ ਦਾ ਸੰਸਾਰ ਉੱਤੇ ਜਿਉਣਾ ਫਿਟਕਾਰਯੋਗ ਹੈ। ਉਹ ਆਏ ਕਿਸ ਕਾਰਜ ਵਾਸਤੇ ਹਨ? ਗੁਰਮਤੀ ਪਉ ਮਨ ਪਵੈ, ਤਾਂ ਹਰ ਰਸ ਲੱਗੇ ਪਿਆਰ। ਫਿਰ ਕਹਿੰਦੇ ਗੁਰੂ ਦੀ ਮੱਤ ਸਦਕਾ ਭਉ ਮਨ ਪਵੈ। ਗੁਰੂ ਦੀ ਮੱਤ ਨਾਲ ਮਨ ਵਿੱਚ ਡਰ ਪੈਦਾ ਹੁੰਦਾ, ਨਿਰਮਲ ਭਉ ਜਿਹਨੂੰ ਕਹਿ ਸਕਦੇ ਹਾਂ। ਤਾਂ ਹਰ ਰਸ ਲੱਗੈ ਪਿਆਰ, ਫਿਰ ਜਾ ਕੇ ਜੀਵ ਦਾ ਰੱਬ ਦੇ ਨਾਲ ਰਸ, ਰੱਬ ਨਾਲ ਪ੍ਰੇਮ ਜਿਹੜਾ ਉਹ ਲੱਗਦਾ ਜਦੋਂ ਭਉ ਮਨ ਪਵੈ, ਜਦੋਂ ਡਰ ਮਨ ਵਿੱਚ ਪਿਆ। ਗੁਰਮਤੀ ਗੁਰੂ ਦੀ ਮੱਤ ਲਈ, ਗੁਰੂ ਦੀ ਮੱਤ ਸਦਕਾ ਮਨ ਵਿੱਚ ਡਰ ਪੈਦਾ ਹੋਇਆ। ਹੁਣ ਉਹ ਡਰ ਹੈ ਜਿਸ ਡਰ ਨੇ ਸਾਨੂੰ ਰੱਬ ਚੇਤੇ ਕਰਾਉਣਾ ਹੈ। ਡਰ ਦਾ ਤੇ ਰੱਬ ਦੀ ਯਾਦ ਦਾ ਬੜਾ ਗੂੜਾ ਸੰਬੰਧ ਹੈ। ਡਰਿਆ ਹੋਇਆ ਮਨੁੱਖ ਕਿਸੇ ਨੂੰ ਹੋਰ ਚੇਤਾ ਕਰੇ ਨਾ ਕਰੇ, ਪਰ ਰੱਬ ਜ਼ਰੂਰ ਚੇਤੇ ਆ ਜਾਂਦਾ ਹੈ। ਡਰਿਆ ਹੋਇਆ ਮਨੁੱਖ, ਕਿਉਂਕਿ ਜਿਸ ਵਕਤ ਇਨਸਾਨ ਡਰਦਾ ਹੈ ਨਾ, ਉਹਦੇ ਡਰਨ ਦਾ ਕਾਰਨ ਹੀ ਇਹ ਹੈ ਉਹਨੂੰ ਕੋਈ ਹੋਰ ਰਸਤਾ ਨਜ਼ਰ ਨਹੀਂ ਆਉਂਦਾ। ਜਿਹਨੂੰ ਰਾਹ ਦਿਸਦਾ ਹੁੰਦਾ ਉਹ ਕਦੇ ਡਰਦਾ ਨਹੀਂ ਹੈ। ਖਿਆਲ ਰੱਖਿਓ, ਇਨਸਾਨ ਡਰਦਾ ਉਸ ਵਕਤ ਹੀ ਹੈ ਜਦੋਂ ਇਹਦੇ ਕੋਲੋਂ ਸਾਰੇ ਰਾਹ ਬੰਦ ਹੋ ਜਾਣ। ਜਦੋਂ ਡਰਿਆ, ਫਿਰ ਕਿਹਦੇ ਅੱਗੇ ਪੁਕਾਰ ਕੀਤੀ, ਹੋਰ ਦਰ ਦਿਸਿਆ ਨਹੀਂ, ਫਿਰ ਉਹਨੂੰ ਚੇਤੇ ਕਰਦਾ ਜਿਹਨੂੰ ਅੱਜ ਤੱਕ ਵੇਖਿਆ ਨਹੀਂ, ਜਿਹਨੂੰ ਅੱਜ ਤੱਕ ਮਹਿਸੂਸ ਨਹੀਂ ਕੀਤਾ, ਜਿਹਦੇ ਲਈ ਪ੍ਰਤੀ ਸਿਰਫ ਅੱਜ ਤੱਕ ਲਫ਼ਜ਼ ਸੁਣੇ ਨੇ, ਬੋਲ ਸੁਣੇ ਨੇ। ਫਿਰ ਉਹ ਅਕਾਲ ਪੁਰਖ ਚੇਤੇ ਆਉਂਦਾ, ਫਿਰ ਜੀਵ ਚੇਤੇ ਕਰਦਾ, ਕਿਉਂਕਿ ਬਾਕੀ ਰਾਹ ਬੰਦ ਹੋ ਗਏ। ਹੁਣ ਜਦੋਂ ਬਾਕੀ ਰਸਤਿਆਂ ਵਿੱਚੋਂ ਇੱਕ ਵੀ ਰਸਤਾ ਇਹਨੂੰ ਖੁੱਲਾ ਨਜ਼ਰ ਆਉਂਦਾ ਹੈ ਨਾ, ਉਦੋਂ ਇਹਨੂੰ ਇਹ ਲੱਗਦਾ ਵੀ ਜੇ ਐਸਾ ਮਾਹੌਲ ਬਣਿਆ ਤੇ ਮੈਂ ਇੱਥੋਂ ਦੌੜ ਜਾਣਾ, ਰਾਹ ਮੇਰੇ ਕੋਲ ਹੈ। ਜਦੋਂ ਰਾਹ ਬੰਦ ਹੋ ਜਾਣ ਫਿਰ ਰੱਬ ਚੇਤੇ ਆਉਂਦਾ। ਤੇ ਸਤਿਗੁਰੂ ਕਹਿੰਦੇ ਗੁਰੂ ਦੀ ਮੱਤ ਸਦਕਾ ਮਨ ਵਿੱਚ ਇੱਕ ਡਰ ਪੈਦਾ ਹੁੰਦਾ, ਨਿਰਮਲ ਭਉ ਪੈਦਾ ਹੁੰਦਾ। ਉਹ ਜਿਹੜਾ ਡਰ ਹੈ ਉਹ ਫਿਰ ਰੱਬ ਦੇ ਪ੍ਰਤੀ ਪ੍ਰੇਮ, ਰੱਬ ਦੇ ਨਾਲ ਰਸ ਜਿਹੜਾ ਸਾਡਾ ਉਹ ਬਣਾਉਂਦਾ।
ਤੇ ਇੱਥੇ ਹੁਣ ਜੇ ਭਾਉ ਆਪਾਂ ਦੂਜਾ ਵੀ ਕਹਿ ਲਈਏ ਨਾ ਵੀ ਭਾਈ ਜੇ ਮੈਂ ਅਰਾਧਨਾ ਨਾ ਕੀਤੀ ਤੇ ਫਿਰ ਮੇਰੀ ਜ਼ਿੰਦਗੀ ਬੜੀ ਦੁੱਖਾਂ ਤੇ ਤਕਲੀਫਾਂ ਵਿੱਚ ਹੈ। ਜੇ ਮੈਂ ਉਸ ਅਕਾਲ ਪੁਰਖ ਨੂੰ ਚੇਤੇ ਨਾ ਕਰ ਸਕਿਆ, ਮੇਰਾ ਜਿਉਣਾ ਫਿਟਕਾਰਯੋਗ ਤੇ ਤਰਕਾਰਯੋਗ ਹੈ, ਤੇ ਫਿਰ ਉਹ ਡਰ ਵੀ ਜੇ ਮਨ 'ਚ ਪੈਦਾ ਹੋ ਜਾਏ ਨਾ, ਉਹ ਵੀ ਰੱਬ ਦੇ ਪ੍ਰਤੀ ਪ੍ਰੇਮ ਬਣਾ ਹੀ ਦੇਗਾ। ਪਰ ਗੱਲ ਇਹ ਹੈ, ਅਸੀਂ ਇਸ ਕਾਰਨ ਦੇ ਕਰਕੇ ਅਜੇ ਤੱਕ ਆਪਣੇ ਮਨ 'ਚ ਡਰ ਪੈਦਾ ਕਰ ਹੀ ਨਹੀਂ ਸਕੇ। ਨਹੀਂ ਡਰ ਪੈਦਾ ਹੋਇਆ, ਸਾਨੂੰ ਲੱਗਦਾ ਵੀ ਕੋਈ ਗੱਲ ਨਹੀਂ, ਮਨੁੱਖਾ ਜਨਮ ਹੈ, ਇਦਾਂ ਹੀ ਲੰਘ ਜਾਣਾ। ਅਸੀਂ ਨਾ ਕਦੇ ਬੈਠ ਕੇ ਇਹ ਨਹੀਂ ਸੋਚਿਆ ਕਿ ਸਾਨੂੰ ਰੋਜ਼ ਘਾਟਾ ਪੈ ਰਿਹਾ, ਪੜਚੋਲ ਨਹੀਂ ਕੀਤੀ। ਜੇ ਪੜਚੋਲ ਕਰ ਲੈਂਦੇ ਨਾ, ਇੱਕ ਵਾਰੀ ਖਾਂਦੇ ਘਾਟਾ, 2 ਵਾਰੀ ਲਾਸ ਹੁੰਦਾ, 3 ਵਾਰੀ ਹੁੰਦਾ, 4 ਦਿਨ ਹੁੰਦਾ, ਪਰ 5ਵੇਂ ਦਿਨ ਅਸੀਂ ਸੁਚੇਤ ਹੋ ਜਾਣਾ ਸੀ ਵੀ ਨਹੀਂ, ਰੋਜ਼ ਇੰਨਾ ਘਾਟਾ ਕੌਣ ਸਹਾਰੇਗਾ, ਰੋਜ਼ ਇੰਨਾ ਲਾਸ ਕੌਣ ਸਵੇਗਾ। ਫਿਰ ਅਸੀਂ ਸੁਚੇਤ ਹੋ ਜਾਣਾ ਸੀ, ਪਰ ਅਸੀਂ ਇਹ ਅਜੇ ਤੱਕ ਪੜਚੋਲ ਹੀ ਨਹੀਂ ਕੀਤੀ ਵੀ ਸਾਨੂੰ ਲਾਸ ਹੋ ਰਿਹਾ। ਡਰ ਤੇ ਤਾਂ ਹੀ ਪੈਦਾ ਹੋਏਗਾ ਨਾ ਜੇ ਅਸੀਂ ਪੜਚੋਲ ਕਰਾਂਗੇ ਵੀ ਲਾਸ ਹੋ ਰਿਹਾ। ਤੇ ਜੇ ਸਾਨੂੰ ਇਹ ਹੀ ਲੱਗੀ ਜਾਂਦਾ ਵੀ ਮੈਨੂੰ ਪ੍ਰੋਫਿਟ ਹੀ ਪ੍ਰੋਫਿਟ ਹੈ, ਲਾਹਾ ਹੀ ਲਾਹਾ, ਅਸੀਂ ਡਰਾਂਗੇ ਥੋੜੀ, ਅਸੀਂ ਤੇ ਹੋਰ ਨਿਡਰ ਹੋ ਕੇ ਤੁਰੇ ਚੱਲਾਂਗੇ ਵੀ ਬੜਾ ਵਧੀਆ ਕਾਰਜ ਚੱਲ ਰਿਹਾ, ਬੜਾ ਵਧੀਆ ਕੰਮ ਚੱਲ ਰਿਹਾ। ਤੇ ਹੁਣ ਉਹ ਜਿੰਨਾ ਚਿਰ ਅਸੀਂ ਇਹ ਸਮਝਦੇ ਰਹੇ ਕਿ ਕਾਰਜ ਬੜਾ ਵਧੀਆ ਚੱਲ ਰਿਹਾ, ਉਹਨਾਂ ਚਿਰ ਨਿਡਰਤਾ ਹੈ। ਜਿੱਦਣ ਕਾਰਜ ਵਿਗੜੇਗਾ, ਸਮਝਾਂਗੇ ਵੀ ਕਾਰਜ ਵਿਗੜ ਰਿਹਾ, ਡਰ ਤੇ ਉਦਣ ਹੀ ਪੈਦਾ ਹੋਣਾ ਨਾ। ਇੱਕ ਬੱਚੇ ਦੇ ਮਨ 'ਚ ਡਰ ਕਦੋਂ ਆਉਂਦਾ? ਜਦੋਂ ਉਹਨੂੰ ਇਹ ਲੱਗਦਾ ਵੀ ਮੈਂ ਗਲਤ ਕੰਮ ਕਰ ਰਿਹਾ, ਤੇ ਜੇ ਮੇਰੀ ਮਾਂ ਜਾਂ ਮੇਰੇ ਪਿਤਾ ਨੂੰ ਪਤਾ ਲੱਗ ਗਿਆ ਨਾ ਤੇ ਮੈਨੂੰ ਮਾਰ ਪੈਣੀ, ਫਿਰ ਉਹ ਡਰਦਾ। ਤੇ ਜੇ ਉਹਨੂੰ ਇਹ ਹੋਵੇ ਵੀ ਮੈਂ ਜਿਹੜਾ ਕੰਮ ਕਰ ਰਿਹਾ ਬੜਾ ਠੀਕ ਕਰ ਰਿਹਾ, ਫਿਰ ਉਹ ਨਿਡਰ ਹੋ ਕੇ ਤੁਰਿਆ ਜਾਂਦਾ। ਫਿਰ ਉਹਨੂੰ ਇਹ ਡਰ ਨਹੀਂ ਵੀ ਮੇਰੀ ਮਾਂ ਨੂੰ ਮੇਰੇ ਪਿਤਾ ਨੂੰ ਪਤਾ ਲੱਗੇਗਾ ਤੇ ਮਾਰ ਪੈਣੀ, ਉਹਨੂੰ ਇੱਕ ਖੁਸ਼ੀ ਹੈ ਕਿ ਜਿੱਦਣ ਪਤਾ ਲੱਗੇਗਾ ਮੈਨੂੰ ਸ਼ਾਬਾਸ਼ ਮਿਲੇਗੀ ਵੀ ਮੈਂ ਕਿੰਨਾ ਚੰਗਾ ਕੰਮ ਕਰ ਰਿਹਾ। ਅਜੇ ਤੱਕ ਅਸੀਂ ਡਰ ਹੀ ਨਹੀਂ ਨਾ ਪੈਦਾ ਕਰ ਸਕੇ ਵੀ ਅਸੀਂ ਇਹ ਸਮਝ ਨਹੀਂ ਸਕੇ ਕਿ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਜੇ ਕਿਤੇ ਸਮਝ ਲੈਂਦੇ ਤੇ ਮਨ ਵਿੱਚ ਸੱਚਮੁੱਚ ਡਰ ਪੈਦਾ ਹੁੰਦਾ, ਤੇ ਉਹ ਜਿਹੜਾ ਡਰ ਸੀ ਨਾ, ਉਸ ਡਰ ਨੇ ਫਿਰ ਪ੍ਰੇਮ ਪੈਦਾ ਕਰਨਾ ਸੀ ਵੀ ਨਹੀਂ, ਆਹ ਕਾਰਜ ਜੇ ਮੈਂ ਮਾੜਾ ਕਰ ਰਿਹਾ ਨਾ, ਤੇ ਜੇ ਮੇਰੇ ਅਕਾਲ ਪੁਰਖ ਨੂੰ ਪਤਾ ਲੱਗ ਗਿਆ ਨਾ, ਰੱਬ ਨੂੰ ਪਤਾ ਲੱਗ ਗਿਆ, ਤੇ ਮੈਨੂੰ ਬਹੁਤ ਦੁੱਖ, ਬੜੀਆਂ ਤਕਲੀਫਾਂ ਵੇਖਣੀਆਂ ਪੈਣਗੀਆਂ। ਉਹ ਮੇਰੇ ਹਰ ਇੱਕ ਭੈੜੇ ਕਰਮ ਉੱਤੇ ਪਰਦਾ ਪਾਈ ਆਉਂਦਾ ਹੈ। ਤੇ ਜਿਸ ਦਿਨ ਉਹਨੇ ਪਰਦਾ ਚੁੱਕ ਲਿਆ ਨਾ, ਮੈਨੂੰ ਬੜੇ ਦੁੱਖ ਤੇ ਤਕਲੀਫਾਂ ਵੇਖਣੀਆਂ ਪੈਣਗੀਆਂ। ਉਹ ਮੇਰੇ ਸਾਰੇ ਪਰਦੇ ਢੱਕੀ ਆਉਂਦਾ ਹੈ। ਤੇ ਚੰਗਾ ਇਹੀ ਹੈ ਕਿ ਮੈਂ ਉਦੋਂ ਪਹਿਲਾਂ ਆਪਣੇ ਕਾਰਜ ਸੁਧਾਰ ਲਵਾਂ ਕਿ ਮੇਰੇ ਕਾਰਜਾਂ ਉੱਤੋਂ ਪਰਦਾ ਚੁੱਕਿਆ ਜਾਏ। ਉਦੋਂ ਪਹਿਲਾਂ ਮੈਂ ਕਾਰਜ ਸਵਾਰ ਲਾਂ। ਉਹਨੇ ਢਕਿਆ ਨਾ, ਤੇ ਉਹ ਢਕੇ ਰੱਖੇ ਇਹਨਾਂ ਪਰਦਿਆਂ ਨੂੰ, ਉਹ ਕੱਜ ਕੇ ਰੱਖੇ ਮੇਰੇ ਕੀਤੇ ਭੈੜੇ ਕਰਮਾਂ ਨੂੰ, ਮੇਰੇ ਕੀਤੇ ਮਾੜੇ ਕਰਮਾਂ ਨੂੰ। ਬਸ ਜਿੰਨਾ ਚਿਰ ਉਹਨੇ ਕੱਜ ਕੇ ਰੱਖਿਆ ਨਾ, ਉਦੋਂ ਪਹਿਲਾਂ ਮੈਂ ਚੰਗੇ ਕੰਮ ਕਰਨ ਲੱਗ ਜਾ, ਤਾਂ ਜੋ ਫਿਰ ਚੰਗੇ ਕਾਰਜਾਂ ਦੇ ਨਾਲ ਉਹ ਅਕਾਲ ਪੁਰਖ ਮੇਰੀ ਪੱਤ ਦਾ ਰਖਵਾਲਾ ਬਣਿਆ ਰਹੇ। ਕਿਤੇ ਇਹ ਨਾ ਹੋਵੇ ਕਿ ਉਹ ਅਕਾਲ ਪੁਰਖ ਸਾਡੇ ਕਾਰਜਾਂ ਤੋਂ ਪਰਦਾ ਚੁੱਕ ਦੇ। ਡਰ ਪੈਦਾ ਹੋਏਗਾ ਨਾ ਜਿੱਦਣ, ਤਾਂ ਹਰ ਰਸ ਲੱਗੈ ਪਿਆਰ। ਸਤਿਗੁਰੂ ਅਮਰਦਾਸ ਕਹਿੰਦੇ ਫਿਰ ਹਰੀ ਦੇ ਨਾਲ, ਅਕਾਲ ਪੁਰਖ ਨਾਲ ਰਸ ਬਣਦਾ, ਤੇ ਉਹਦੇ ਨਾਲ ਪ੍ਰੇਮ ਜੀਵ ਫਿਰ ਆਪਣਾ ਪਾ ਲੈਂਦਾ ਹੈ। ਨਾਉ ਮਿਲੈ ਧੁਰ ਲਿਖਿਆ, ਜਨ ਨਾਨਕ ਪਾਰ ਉਤਾਰ। ਜਦੋਂ ਪ੍ਰੇਮ ਬਣ ਜਾਂਦਾ, ਰਸ ਬਣ ਜਾਂਦਾ, ਫਿਰ ਨਾਉ ਮਿਲੈ, ਨਾਮ ਮਿਲਦਾ। ਧੁਰ ਲਿਖਿਆ, ਕਿਉਂਕਿ ਲੇਖ ਬਣ ਗਿਆ ਹੁਣ, ਜਨ ਨਾਨਕ ਪਾਰ ਉਤਾਰ। ਤੇ ਦਾਸ ਨਾਨਕ ਆਖਦਿਆਂ ਹੋਇਆਂ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਪਰਮੇਸ਼ਵਰ, ਆਪਣੇ ਇਸ ਸੇਵਕ ਨੂੰ ਵੀ ਆ ਸੰਸਾਰ ਸਮੁੰਦਰ ਤੋਂ ਪਾਰ ਤੁਸੀਂ ਲੰਘਾ ਲਓ।
ਮੈਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ, ਕਿਤੇ ਮੈਨੂੰ ਵੀ ਸ਼ਬਦ ਚੇਤਾ ਕਰਨ ਦੀ ਜਾਚ ਆ ਜਾਏ, ਸ਼ਬਦ ਨੂੰ ਸੇਵਣ ਦੀ ਜਾਚ ਆ ਜਾਏ, ਗੁਰੂ ਨੂੰ ਚੇਤੇ ਕਰਨ ਦੀ ਜਾਚ ਆ ਜਾਏ, ਤਾਂ ਜੋ ਮੇਰਾ ਜਿਉਣਾ ਤਰਕਾਰ ਯੋਗ ਨਾ ਹੋਵੇ, ਮੇਰਾ ਜਿਉਣਾ ਫਟਕਾਰ ਯੋਗ ਨਾ ਹੋਵੇ, ਮੇਰਾ ਜਿਉਣਾ ਸਤਕਾਰ ਯੋਗ ਬਣ ਜਾਏ। ਅਜੇ ਤੱਕ ਜਿਉਣਾ ਫਟਕਾਰ ਯੋਗ ਹੈ ਕਿਉਂਕਿ ਸਤਿਗੁਰ ਨਾ ਸੇਵਿਓ, ਅਜੇ ਤੱਕ ਜਿਉਣਾ ਤ੍ਰਿਗ ਹੈ ਕਿਉਂਕਿ ਸ਼ਬਦ ਨਾ ਕੀਤੋ ਵਿਚਾਰ। ਤੇ ਸਤਿਗੁਰੂ ਜੀ, ਅਕਾਲ ਪੁਰਖ ਪਰਮੇਸ਼ਵਰ ਜੀ ਰਹਿਮਤ ਕਰੋ ਕਿ ਮੇਰੇ ਹਿਰਦੇ ਅੰਦਰ ਭਉ ਪੈਦਾ ਹੋਵੇ, ਤੁਹਾਡੇ ਨਾਲ ਰਸ ਬਣ ਜਾਏ ਤੇ ਮੇਰਾ ਜਿਉਣਾ ਤਰਕਾਰ ਯੋਗ ਫਟਕਾਰ ਯੋਗ ਨਾ ਰਹਿ ਜਾਏ, ਆ ਮੇਰਾ ਜਿਉਣਾ ਸਤਕਾਰ ਯੋਗ ਬਣ ਜਾਏ, ਕਿਤੇ ਮੈਨੂੰ ਸੰਸਾਰ ਸਮੁੰਦਰ ਤੋਂ ਤੁਸੀਂ ਪਾਰ ਲੰਘਾ ਦੇਵੋ। ਮਾਇਆ ਮੋਹ ਜਗ ਭਰਮਿਆ, ਘਰ ਮੁਸੈ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ, ਮਨ ਮੁਖ ਅੰਧਾ ਲੋਏ। ਧੰਨ ਗੁਰੂ ਅਮਰਦਾਸ ਜੀ ਨੇ ਅੱਜ ਦੇ ਫਿਰ ਦੂਜੇ ਸ਼ਲੋਕ 'ਚ ਜ਼ਿਕਰ ਕੀਤਾ, ਕਹਿੰਦੇ ਮਾਇਆ ਮੋਹ ਜਗ ਭਰਮਿਆ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਜਗ ਭਰਮਿਆ। ਜਗ ਕੀ ਹੈ? ਭਰਮ ਰਿਹਾ, ਭਟਕਿਆ ਹੋਇਆ। ਕਿੰਨਾ ਜ਼ਿਆਦਾ ਅੱਖਾਂ ਤੇ ਪੜਦਾ ਪਿਆ ਮਨੁੱਖ ਦੀ। ਘਰ ਮੁੱਸੈ, ਇਹਦਾ ਘਰ ਲੁੱਟਿਆ ਜਾ ਰਿਹਾ, ਖਬਰ ਨਾ ਹੋਏ, ਇਹਨੂੰ ਖਬਰ ਵੀ ਨਹੀਂ ਹੈ। ਹੁਣ ਇਸ ਜਗ੍ਹਾ ਉੱਤੇ ਖਿਆਲ ਕਰਿਓ, ਮੋਹ ਦਾ ਅਰਥ ਮੈਂ ਨਸ਼ਾ ਕਰਨ ਲੱਗਿਆ। ਜਦੋਂ ਜੀਵ ਨਸ਼ੇ 'ਚ ਮਸਤ ਹੁੰਦਾ ਨਾ, ਸੰਸਾਰਕ ਤੌਰ ਤੇ ਵੀ ਗੱਲ ਕਰ ਲਓ, ਜਿਹੜਾ ਝੂਠੇ ਮਦ ਵਿੱਚ ਮਸਤ ਹੈ, ਨਸ਼ਾ ਬਿਲਕੁਲ ਨਸ਼ਾ ਉਹਦੇ ਮਤ ਦੇ ਉੱਤੇ ਚੜਿਆ ਹੋਇਆ, ਉਹਦੇ ਘਰ 'ਚੋਂ ਕੋਈ ਵਸਤੂ ਚੁੱਕ ਕੇ ਲੈ ਜੇ, ਉਹਨੂੰ ਨਹੀਂ ਪਤਾ ਲੱਗਦਾ। ਘਰ ਤੇ ਬੜੀ ਦੂਰ ਦੀ ਗੱਲ ਹੈ, ਉਹਦੇ ਹੱਥ ਵਿੱਚ, ਉਹਦੀ ਖੁਦ ਦੀ ਪਾਕਟ, ਉਹਦੀ ਖੁਦ ਦੀ ਜੇਬ ਵਿੱਚੋਂ ਕੋਈ ਵਸਤੂ ਕੱਢ ਕੇ ਲੈ ਜਾਏ ਨਾ, ਉਹਨੂੰ ਪਤਾ ਨਹੀਂ ਲੱਗਦਾ। ਆਪਾਂ ਸਮਾਜ ਤੇ ਸੰਸਾਰ ਤੇ ਵਿਚਰਦਿਆਂ ਵੇਖਦੇ ਹਾਂ ਕਿ ਇੰਨਾ ਕੁ ਜ਼ਿਆਦਾ ਝੂਠੇ ਮਦ ਵਿੱਚ, ਨਸ਼ੇ ਵਿੱਚ ਮਸਤ ਹੋ ਜਾਂਦਾ ਕਿ ਸੜਕ ਉੱਤੇ ਹੀ ਡਿੱਗ ਪੈਂਦਾ, ਗਲੀ ਵਿੱਚ ਡਿੱਗ ਪੈਂਦਾ। ਹੁਣ ਉਹ ਸੜਕ ਤੇ ਡਿੱਗੇ ਹੋਏ ਨੂੰ, ਸੁਭਾਵਿਕ ਜਿਹੀ ਗੱਲ ਹੈ, ਦੁਨੀਆ ਸਾਰੀ ਇਮਾਨਦਾਰ ਨਹੀਂ ਹੈ, ਇਹ ਗੱਲ ਤੇ ਪੱਕੀ ਹੈ ਨਾ। ਇਮਾਨਦਾਰ ਕੋਈ ਟਾਵਾਂ ਟਾਵਾਂ, ਬੇਈਮਾਨੀ ਸਾਰੇ ਕਰ ਲੈਂਦੇ ਨੇ। ਹੁਣ ਉਹ ਜਿਹੜਾ ਡਿੱਗਿਆ ਉਹਨੂੰ ਚੁੱਕ ਕੇ ਕੋਈ ਘਰੇ ਪਹੁੰਚਾਵੇ, ਇਮਾਨਦਾਰ ਐਸਾ ਕੋਈ ਹੋਏਗਾ, ਉਸ ਡਿੱਗੇ ਹੋਏ ਦੀਆਂ ਜੇਬਾਂ ਫਰੋਲਣ ਬਾਰੇ ਭਾਵੇਂ ਉੱਥੇ 100 ਆ ਜਾਣ, ਉਸ ਡਿੱਗੇ ਹੋਏ ਦੀਆਂ ਜੇਬਾਂ ਫਰੋਲਣ ਵਾਲੇ ਭਾਵੇਂ ਉੱਥੇ ਹਜ਼ਾਰਾਂ ਆ ਜਾਣ, ਤੇ ਜਿਨ੍ਹਾਂ ਫਰੋਲੀਆਂ ਨੇ, ਸੁਭਾਵਿਕ ਜਿਹੀ ਬਾਤ ਹੈ, ਉਹਨਾਂ ਨੂੰ ਜੋ ਮਿਲਿਆ ਉਹਨਾਂ ਲੈ ਜਾਣਾ। ਜੇਬ ਫਰੋਲਣ ਵਾਲੇ ਨੂੰ ਜੋ ਮਿਲਿਆ ਉਹਨੇ ਲੈ ਜਾਣਾ। ਜੇ ਉਹਨੇ ਲਿਜਾਣਾ ਨਹੀਂ ਸੀ ਤੇ ਉਹ ਫਰੋਲਦਾ ਹੀ ਕਿਉਂ? ਸੁਭਾਵਿਕ ਜਿਹੀ ਬਾਤ ਹੈ, ਜੇ ਉਹਨੇ ਜੇਬ ਵਿੱਚੋਂ ਕੁਝ ਕੱਢਣਾ ਨਹੀਂ ਸੀ ਤੇ ਉਹ ਫਰੋਲਦਾ ਹੀ ਕਿਉਂ? ਉਹਨੇ ਫਰੋਲੀ ਜੇਬ ਇਸ ਕਰਕੇ ਆ ਵੀ ਮੈਂ ਕੱਢਾਂ ਤੇ ਇੱਥੋਂ ਲੈ ਜਾ, ਇਹਨੂੰ ਕਿਹੜਾ ਪਤਾ ਲੱਗਣਾ? ਉਹ ਨਸ਼ੇ 'ਚ ਮਸਤ ਹੈ, ਉਹ ਡਿੱਗਿਆ ਪਿਆ। ਕੋਈ ਹੋ ਸਕਦਾ ਜਿਹੜਾ ਜੇਬ ਫਰੋਲ ਕੇ ਉਹਦੀ ਸਹਾਇਤਾ ਕਰੇ, ਵੀ ਸੱਜਣਾ ਮੈਂ ਜੇਬ ਇਸ ਕਰਕੇ ਫਰੋਲੀ ਵੀ ਤੇਰੇ ਘਰਦਿਆਂ ਨੂੰ ਦੱਸ ਦਿਆਂ ਵੀ ਭਾਈ ਤੁਹਾਡਾ ਬੰਦਾ ਇੱਥੇ ਡਿੱਗਿਆ ਪਿਆ ਜੇ ਤੇ ਆ ਕੇ ਲੈ ਜਾਓ। ਕੋਈ ਹੋਏਗਾ ਐਸਾ? ਨਹੀਂ ਤੇ ਸਾਰੇ ਉਹਨੂੰ ਲੁੱਟਣ ਵਾਲੇ ਹੀ ਨੇ। ਮਾਲਕ ਕਹਿੰਦੇ ਆ ਜਿਹੜਾ ਮਨੁੱਖ ਹੈ ਨਾ, ਮਾਇਆ ਮੋਹ ਜਗ ਭਰਮਿਆ, ਇੱਕ ਨਹੀਂ ਸਾਰੇ ਦਾ ਸਾਰਾ ਹੀ ਮਾਇਆ ਦਾ ਇੰਨਾ ਕੁ ਨਸ਼ਾ ਇਹਦੇ ਦਿਮਾਗ ਨੂੰ ਚੜਿਆ ਪਿਆ, ਇਹ ਭਰਮਿਆ ਹੀ ਪਿਆ, ਇਹਦੀ ਤੇ ਰੋਜ਼ ਜੇਬ ਲੁੱਟੀ ਜਾ ਰਹੀ, ਇਹ ਤੇ ਰੋਜ਼ ਠੱਗਿਆ ਜਾ ਰਿਹਾ। ਘਰ ਮੁੱਸੈ, ਸਤਿਗੁਰੂ ਕਹਿੰਦੇ ਜੇਬਾਂ ਤੇ ਜਿਹੜੀਆਂ ਲੁੱਟੀਆਂ ਜਾਂਦੀਆਂ ਉਹ ਤੇ ਵੱਖਰੀ ਬਾਤ ਹੈ, ਘਰ ਮੁੱਸੈ, ਇਹਦਾ ਘਰ ਵੀ ਲੁੱਟਿਆ ਜਾ ਰਿਹਾ। ਖਬਰ ਨਾ ਹੋਏ, ਇਹਨੂੰ ਖਬਰ ਹੀ ਨਹੀਂ ਹੈ। ਖਬਰ ਤੇ ਤਾਂ ਹੋਏਗੀ ਨਾ ਜੇ ਨਸ਼ਾ ਉਗੜੇਗਾ, ਤੇ ਖਬਰ ਤੇ ਤਾਂ ਹੋਏਗੀ ਜੇ ਨਸ਼ਾ ਲੱਥੇਗਾ, ਉਤਰੇਗਾ।
ਪਰ ਨਸ਼ਾ ਤੇ ਉਤਰਿਆ ਹੀ ਨਹੀਂ। ਇੱਕ ਹੈ ਨਸ਼ੇ ਵਿੱਚ ਮਸਤ, ਦੂਜਾ ਭਰਮ ਵਿੱਚ ਪਿਆ, ਭਟਕ ਗਿਆ। ਤੇ ਹੁਣ ਭਟਕਿਆ ਹੋਇਆ ਨਸ਼ੇ ਵਿੱਚ ਧੁੱਤ ਕੋਈ ਜਿਹੜਾ ਮਰਜ਼ੀ ਇਨਸਾਨ ਆਵੇ, ਇਹਨੂੰ ਜਿਸ ਮਰਜ਼ੀ ਪਾਸੇ ਲੈ ਜੇ। ਠੱਗਾਂ ਨੇ, ਲੁੱਟਣ ਵਾਲਿਆਂ ਨੇ ਇਹ ਤਾਂ ਨਹੀਂ ਨਾ ਵੇਖਣਾ ਵੀ ਇਹ ਨਸ਼ੇ ਵਿੱਚ ਹੈ। ਉਹਨਾਂ ਨੂੰ ਤੇ ਸਗੋਂ ਸੌਖਾ ਹੋ ਜਾਣਾ ਵੀ ਇਹ ਨਸ਼ੇ ਵਿੱਚ ਹੈ, ਅਸੀਂ ਆਸਾਨੀ ਨਾਲ ਕਿਸੇ ਵੀ ਰਸਤੇ ਤੇ ਲਿਜਾ ਕੇ ਇਹਨੂੰ ਲੁੱਟ ਸਕਦੇ ਹਾਂ। ਨਸ਼ੇ ਤੋਂ ਬਿਨਾਂ ਮਨੁੱਖ ਨੂੰ ਲੁੱਟਣ ਲੱਗਿਆਂ ਲੁੱਟਣ ਵਾਲਿਆਂ ਨੂੰ ਇੱਕ ਖੌਫ ਹੈ ਕਿ ਕਿਤੇ ਇਹ ਸ਼ੋਰ ਨਾ ਮਚਾਏ, ਕਿਤੇ ਇਹ ਰੌਲਾ ਨਾ ਪਾਏ, ਆਸ-ਪਾਸ ਇਕੱਠਾ ਨਾ ਕਰ ਲੇ, ਕਿਉਂਕਿ ਇਹਨੂੰ ਸੋਝੀ ਹੈ ਅਸੀਂ ਇਹਨੂੰ ਕਿਤੇ ਦੂਜੇ ਰਸਤੇ ਤੇ ਲੈ ਕੇ ਵੀ ਜਾਵਾਂਗੇ, ਇਹਨੇ ਫਿਰ ਵੀ ਰੌਲਾ ਪਾ ਦੇਣਾ ਕਿ ਇਹ ਰਸਤਾ ਮੇਰਾ ਨਹੀਂ, ਜਿਸ ਮਾਰਗ ਤੇ ਮੈਂ ਜਾਣਾ। ਤੇ ਜਿਹੜਾ ਹੈ ਹੀ ਨਸ਼ੇ ਵਿੱਚ ਮਸਤ, ਉਹਨੂੰ ਮਾਰਗ ਵੀ ਜਿਸ ਤੇ ਮਰਜ਼ੀ ਲੈ ਜਾਓ, ਉਹਨੂੰ ਲੁੱਟ ਵੀ ਆਸਾਨੀ ਨਾਲ ਸਕਦੇ ਆ। ਕਿਉਂ? ਰੌਲਾ ਪਾਉਣ ਜੋਗਾ ਨਹੀਂ ਹੈ। ਹੁਣ ਇਹ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਇਨਸਾਨ ਸ਼ੋਰ ਮਚਾਉਣ ਜੋਗਾ ਨਹੀਂ, ਕਿਉਂਕਿ ਇਹਨੂੰ ਖਬਰ ਹੀ ਨਹੀਂ ਹੈ ਕਿ ਮੈਂ ਲੁੱਟਿਆ ਜਾ ਰਿਹਾ। ਜੇ ਖਬਰ ਹੋ ਜਾਂਦੀ ਤੇ ਸ਼ਾਇਦ ਸ਼ੋਰ ਮਚਾ ਦਿੰਦਾ, ਜੇ ਖਬਰ ਹੋ ਜਾਂਦੀ ਤੇ ਸ਼ਾਇਦ ਸੁਚੇਤ ਹੋ ਜਾਂਦਾ। ਪਰ ਅਫਸੋਸ ਕਿ ਨਸ਼ੇ ਵਿੱਚ ਇੰਨਾ ਕੁ ਮਸਤ ਹੈ। ਮਾਲਕ ਕਹਿੰਦੇ ਘਰ ਮੁੱਸਾ ਖਬਰ ਨਾ ਹੋਏ, ਇਹਦਾ ਘਰ ਲੁੱਟਿਆ ਜਾ ਰਿਹਾ ਪਰ ਇਹਨੂੰ ਖਬਰ ਤੱਕ ਵੀ ਨਹੀਂ। ਤੇ ਲੁੱਟਣ ਵਾਲੇ ਵੇਖੋ ਫਿਰ ਬਕਾਇਦਾ ਦੱਸਿਆ, ਕਾਮ ਕ੍ਰੋਧ ਮਨ ਹਿਰ ਲਿਆ। ਕਹਿੰਦੇ ਇਹਨਾਂ ਨੇ ਸਾਰਾ ਕੁਝ ਹੀ ਲੁੱਟ ਲਿਆ। ਕਾਮ ਨੇ ਲੁੱਟ ਲਿਆ, ਕ੍ਰੋਧ ਨੇ ਲੁੱਟ ਲਿਆ। ਮਨ ਮੁਖ ਅੰਧਾ ਲੋਏ, ਮਨ ਪਿੱਛੇ ਲੱਗ ਕੇ ਤੁਰਨ ਵਾਲਾ ਅੰਨਾ ਅਜੇ ਵੀ ਤੁਰਿਆ ਫਿਰਦਾ। ਇਸੇ ਕਰਕੇ ਤੇ ਸਤਿਗੁਰੂ ਜੀ ਨੂੰ ਕਹਿਣਾ ਪਿਆ ਸੀ ਨਾ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਜਦੋਂ ਸਮਝ ਹੀ ਨਹੀਂ ਆਈ ਤੇ ਮੈਂ ਪੁਕਾਰ ਕੀ ਦੇ ਮਦਦ ਲਈ ਤੇ ਮੈਂ ਤਾਂ ਹੀ ਗੁਹਾਰ ਲਾਵਾਂਗਾ ਨਾ ਜੇ ਮੈਨੂੰ ਪਤਾ ਲੱਗੇਗਾ ਵੀ ਮੇਰਾ ਘਰ ਲੁੱਟਿਆ ਜਾ ਰਿਹਾ। ਤੇ ਜੇ ਮੈਨੂੰ ਪਤਾ ਹੀ ਨਾ ਲੱਗਾ ਕਿ ਮੇਰਾ ਘਰ ਲੁੱਟਿਆ ਜਾ ਰਿਹਾ, ਮੈਂ ਮਦਦ ਲਈ ਗੁਹਾਰ ਕਿੱਥੋਂ ਲਾਵਾਂਗਾ, ਆਵਾਜ਼ ਕਿੱਥੋਂ ਲਾਵਾਂਗਾ ਮਦਦ ਲਈ। ਸਹਾਇਤਾ ਲਈ ਮੈਂ ਆਵਾਜ਼ ਉਦਣ ਲਾਵਾਂਗਾ ਜਿੱਦਣ ਮੈਨੂੰ ਪਤਾ ਲੱਗੇਗਾ ਕਿ ਮੈਂ ਅਨਸਿਕਿਉਰ ਹਾਂ, ਮੈਂ ਸੁਰੱਖਿਅਤ ਨਹੀਂ ਹਾਂ। ਜੇ ਮੈਨੂੰ ਇਹ ਪਤਾ ਹੀ ਨਾ ਲੱਗੇ ਕਿ ਮੈਂ ਸੁਰੱਖਿਅਤ ਨਹੀਂ ਹਾਂ, ਮੈਂ ਸਹਾਇਤਾ ਲਈ ਕਿਹਨੂੰ ਆਵਾਜ਼ ਲਾਉਣੀ? ਪਹਿਲੋਂ ਤੇ ਪਤਾ ਲੱਗਣਾ ਚਾਹੀਦਾ ਨਾ ਵੀ ਮੈਂ ਅਸੁਰੱਖਿਅਤ ਹਾਂ, ਮੈਂ ਅਨਸਿਕਿਉਰ ਹਾਂ, ਤੇ ਮੈਂ ਤਾਂ ਹੀ ਹੈਲਪ ਲਈ, ਸਹਾਇਤਾ ਲਈ, ਮਦਦ ਲਈ ਗੁਹਾਰ ਆਵਾਜ਼ ਲਾਵਾਂਗਾ। ਤੇ ਜੇ ਮੈਂ ਇਸ ਗੱਲ ਨੂੰ ਸਮਝਾਂ ਹੀ ਨਾ ਕਿ ਮੈਂ ਅਸੁਰੱਖਿਅਤ ਹਾਂ, ਮੈਂ ਜਿੰਨਾ ਚਿਰ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਿਹਾ ਉਹਨਾਂ ਚਿਰ ਮੈਂ ਦੂਜੇ ਨੂੰ ਆਵਾਜ਼ ਨਹੀਂ ਲਾਉਂਦਾ। ਤੇ ਪਹਿਲੋਂ ਇਹੀ ਸਮਝਣਾ ਪਏਗਾ ਕਿ ਕਾਮ ਨੇ ਕ੍ਰੋਧ ਨੇ ਮੈਨੂੰ ਲੁੱਟ ਲਿਆ। ਗੁਰੂ ਪਾਤਸ਼ਾਹ ਦੀ ਬਾਣੀ ਇੱਕ ਬੜਾ ਪਿਆਰਾ ਬਾਬਾ ਕਬੀਰ ਜੀ ਬਚਨ ਦਿੰਦੇ, ਸਤਿਗੁਰੂ ਕਹਿੰਦੇ ਵੀ ਨਾ ਮੇਰਾ ਘਰ ਰੋਜ਼ ਲੁੱਟਿਆ ਜਾਂਦਾ ਸੀ, ਰੋਜ਼, ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਲੁੱਟਿਆ ਜਾ ਰਿਹਾ। ਜਦੋਂ ਘਰ ਲੁੱਟਿਆ ਜਾਂਦਾ ਹੋਵੇ ਨਾ, ਜਿਹੜਾ ਸਾਡਾ ਹਮਦਰਦ ਹੈ ਉਹ ਸਾਨੂੰ ਇੱਕ ਵਾਰੀ ਆ ਕੇ ਜ਼ਰੂਰ ਦੱਸਦਾ ਵੀ ਤੇਰਾ ਘਰ ਲੁੱਟਿਆ ਜਾ ਰਿਹਾ, ਬਚਾ ਲਾ ਜੇ ਬਚਦਾ ਹੀ ਤੇ, ਵੀ ਮੈਂ ਤੇਰੀ ਸਹਾਇਤਾ ਕਰਨ ਨੂੰ ਤਿਆਰ ਹਾਂ, ਪਰ ਤੂੰ ਤੇ ਅੱਗੇ ਹੋ, ਅੱਗੇ ਤੈਨੂੰ ਹੋਣਾ ਪੈਣਾ। ਜੇ ਅੱਗੇ ਹੋ ਕੇ ਚੱਲ ਪਏਗਾ ਮੈਂ ਤੇਰੀ ਸਹਾਇਤਾ ਕਰਨ ਨੂੰ ਤੇਰੇ ਮਗਰ ਖੜੋਤਾ। ਬਾਬਾ ਕਬੀਰ ਜੀ ਕਹਿੰਦੇ ਮੇਰਾ ਰੋਜ਼ ਘਰ ਲੁੱਟਿਆ ਜਾ ਰਿਹਾ ਸੀ, ਰੋਜ਼, ਪਰ ਮੈਨੂੰ ਖਬਰ ਨਹੀਂ ਸੀ। ਇੱਕ ਦਿਨ ਮੇਰੇ ਹਮਦਰਦ ਗੁਰੂ ਨੇ ਮੈਨੂੰ ਆ ਕੇ ਦੱਸਿਆ, ਉਹ ਤੇਰਾ ਘਰ ਲੁੱਟਿਆ ਜਾ ਰਿਹਾ।
ਤੇ ਗੁਰੂ ਨੇ ਮੈਨੂੰ ਇਹ ਕਿਹਾ ਸੀ ਵੀ ਬਸ ਇੱਕ ਵਾਰੀ ਤੂੰ ਆਪਣੇ ਘਰ ਵੱਲ ਤੁਰ ਪਾ, ਤੇਰੇ ਮਗਰ ਮੈਂ ਖੜੋਤਾ, ਤੂੰ ਚਿੰਤਾ ਨਾ ਕਰ। ਬਾਬਾ ਕਬੀਰ ਜੀ ਕਹਿੰਦੇ ਬਸ ਮੈਂ ਤੁਰ ਪਿਆ। ਮੈਂ ਤੁਰਿਆ, ਮੈਂ ਜਾ ਕੇ ਵੇਖਿਆ ਵੀ ਘਰ ਨੂੰ ਲੁੱਟ ਕੌਣ ਰਿਹਾ, ਕੌਣ ਸੰਨ ਲਾ ਰਿਹਾ ਮੇਰੇ ਘਰ ਨੂੰ। ਫਿਰ ਪਤਾ ਲੱਗਾ ਵੀ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਰਿਹਾ ਨਾ, ਉਹ ਹੀ ਲੁੱਟੀ ਜਾਂਦੇ ਨੇ। ਜੀਵ ਨੂੰ ਅਜੇ ਤੱਕ ਇਹ ਪਤਾ ਨਹੀਂ ਨਾ ਲੱਗਾ ਵੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮੇਰੇ ਆਪਣੇ ਨੇ ਕਿ ਇਹ ਮੇਰੇ ਵੈਰੀ ਨੇ। ਜੇ ਪਤਾ ਲੱਗ ਜਾਂਦਾ ਫਿਰ ਇਹਨਾਂ ਨਾਲ ਪ੍ਰੇਮ ਥੋੜੀ ਪਾਉਂਦਾ, ਜੇ ਪਤਾ ਲੱਗ ਜਾਂਦਾ ਇਹਨਾਂ ਤੋਂ ਦੂਰ ਰਹਿੰਦਾ, ਪਰ ਪ੍ਰੇਮ ਪਾਇਆ ਹੋਇਆ, ਇਹਦਾ ਮਤਲਬ ਇਹਨਾਂ ਨੂੰ ਆਪਣੇ ਸਮਝ ਰਿਹਾ। ਹੁਣ ਬਾਬਾ ਕਬੀਰ ਜੀ ਕਹਿੰਦੇ ਮੈਂ ਗੁਰੂ ਕੋਲ ਜਦੋਂ ਗੁਰੂ ਦੇ ਆਖੇ ਦੇ ਉੱਤੇ ਤੁਰਿਆ ਨਾ, ਗੁਰੂ ਮੈਨੂੰ ਲੈ ਕੇ ਗਿਆ ਮੇਰੇ ਘਰ ਵਿੱਚ। ਮੈਂ ਗੁਰੂ ਨੂੰ ਆਖਿਆ ਵੀ ਦੱਸੋ ਕਿੱਥੋਂ ਸੰਨ ਲੱਗ ਰਿਹਾ। ਫਿਰ ਗੁਰੂ ਨੇ ਮੈਨੂੰ ਵਿਖਾਇਆ ਵੀ ਆਹ ਵੇਖ, ਆ ਤੇਰੇ ਘਰ ਨੂੰ ਲੱਗਾ ਹੀ ਸੰਨ। ਤੇ ਉਸੇ ਸੰਨ ਚੋਂ ਨਾ ਅਜੇ ਵੀ ਲੁੱਟਣ ਲੱਗੇ ਹੋਏ ਸਨ, ਉਹ ਅਜੇ ਵੀ ਨਹੀਂ ਸੀ ਹਟੇ। ਜਦੋਂ ਉਹਨਾਂ ਨੂੰ ਲੁੱਟਦਿਆਂ ਮੈਂ ਵੇਖਿਆ, ਮੇਰੇ ਪੈਰਾਂ ਤਲਿਓਂ ਜ਼ਮੀਨ ਖਿਸਕੀ। ਕਿਉਂ? ਮੇਰੇ ਆਪਣੇ ਸੀ ਜਿਹੜੇ ਲੁੱਟ ਰਹੇ ਨੇ, ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਰਿਹਾ, ਉਹ ਲੁੱਟ ਰਹੇ ਸੀ। ਤੇ ਫਿਰ ਗੁਰੂ ਨੇ ਮੇਰੇ ਤੇ ਐਸੀ ਕਿਰਪਾ ਕੀਤੀ, ਮੇਰੇ ਸਾਹਮਣੇ ਪਾਜ ਉਘੇੜ ਕੇ ਰੱਖ ਦਿੱਤਾ। ਜਿੱਦਣ ਪਾਜ ਉਗੜ ਗਿਆ, ਫਿਰ ਆਪਣਿਆਂ ਤੇ ਵਿਸ਼ਵਾਸ ਨਾ ਰਿਹਾ, ਫਿਰ ਉਹਨਾਂ ਤੇ ਭਰੋਸਾ ਨਾ ਰਿਹਾ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਰਿਹਾ। ਪਤਾ ਹੀ ਉਦਣ ਲੱਗਿਆ ਮੈਨੂੰ ਲੁੱਟਣ ਵਾਲਾ ਕੋਈ ਹੋਰ ਨਹੀਂ, ਉਹੀ ਮੈਨੂੰ ਲੁੱਟਣ ਵਾਲੇ ਜਿਨ੍ਹਾਂ ਨੂੰ ਆਪਣਾ ਸਮਝਦਾ ਰਿਹਾ। ਤੇ ਬਾਬਾ ਕਬੀਰ ਜੀ ਕਹਿੰਦੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਵਾਜੀ ਲੈ ਅਨਹਦ ਵਾਜੇ। ਬਸ ਜਿੱਦਣ ਦਾ ਗੁਰੂ ਨੇ ਵਿਖਾਇਆ, ਆਪਾਂ ਉਦਣ ਤੋਂ ਹੀ ਉਹ ਸੰਨ ਹੀ ਬੰਦ ਕਰਤਾ। ਹੁਣ ਸੁਚੇਤ ਹੋ ਕੇ ਰਹਿ ਗਏ। ਬਾਬਾ ਕਬੀਰ ਜੀ ਕਹਿੰਦੇ ਐਸੇ ਸੁਚੇਤ ਹੋਏ, ਮੂੰਦ ਲੀਏ ਦਰਵਾਜੇ, ਦਰਵਾਜੇ ਆਪਾਂ ਕਰ ਲਏ ਬੰਦ। ਹੁਣ ਉੱਥੇ ਹੀ ਲਹਿਰਾਂ ਤੇ ਬਹਿਰਾਂ ਹੋਈਆਂ ਪਈਆਂ, ਕਿਉਂਕਿ ਉਹ ਘਰ 'ਚ ਕਦੇ ਕਹਿ ਸਕਦੇ ਆ ਬਰਕਤ ਨਹੀਂ ਪਵੇਗੀ ਜਿੱਥੇ ਰੋਜ਼ ਘਰ ਲੁੱਟਿਆ ਜਾ ਰਿਹਾ। ਤੇ ਜਿੱਥੇ ਲੁੱਟਿਆ ਜਾਣਾ ਬੰਦ ਹੋ ਜਾਏ, ਉੱਥੇ ਭਾਵੇਂ ਥੋੜਾ ਆਵੇ, ਉੱਥੇ ਸਦਾ ਹੀ ਬਰਕਤਾਂ ਨੇ। ਬਾਬਾ ਕਬੀਰ ਜੀ, ਕਿਉਂਕਿ ਆਪਾਂ ਪਹਿਲੋਂ ਵਿਚਾਰ ਕੇ ਆਏ ਕਿ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ। ਜਿਸ ਘਰ 'ਚੋਂ ਰੋਜ਼ ਅੰਮ੍ਰਿਤ ਲੁੱਟਿਆ ਜਾ ਰਿਹਾ, ਤੁਸੀਂ ਖਿਆਲ ਕਰੋ ਉਸ ਘਰ 'ਚ ਲਹਿਰਾਂ ਤੇ ਬਹਿਰਾਂ ਕਿੱਥੋਂ ਹੋਣਗੀਆਂ, ਉਸ ਘਰ ਵਿੱਚ ਆਨੰਦ ਕਿੱਥੋਂ ਬਣੇਗਾ ਜਿੱਥੋਂ ਰੋਜ਼ ਅੰਮ੍ਰਿਤ ਲੁੱਟਿਆ ਜਾ ਰਿਹਾ, ਜਿੱਥੇ ਰੋਜ਼ ਘਰ ਨੂੰ ਸੰਨ ਲੱਗ ਰਿਹਾ। ਤੇ ਜਿਸ ਘਰ ਵਿੱਚੋਂ ਸੰਨ ਲੱਗਣਾ ਬੰਦ ਹੋ ਗਿਆ, ਫਿਰ ਉਥੇ ਬਾਜੀ ਲੈ ਅਨਹਦ ਵਾਜੇ, ਫਿਰ ਉਥੇ ਆਨੰਦ ਦੇ ਵਾਜੇ ਵੱਜਦੇ ਰਹੇ। ਤਾਂ ਹੀ ਤੇ ਸਾਹਿਬ ਕਹਿੰਦੇ ਨਾ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾ ਰੀਆ। ਕਿਸ ਘਰ 'ਚ ਵੱਜੇ? ਪੰਚ ਦੂਤ ਤੁਧ ਵਸ ਕੀਤੇ। ਜਿੱਥੇ ਪੰਜਾਂ ਨੂੰ ਕਾਬੂ ਕੀਤਾ ਨਾ, ਜਿਹੜੇ ਲੁੱਟਣ ਵਾਲੇ ਸੀ, ਜਦੋਂ ਉਹਨਾਂ ਨੂੰ ਕਾਬੂ ਕੀਤਾ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਬਾਜੇ। ਫਿਰ ਉਸ ਘਰ 'ਚ ਵਾਜੇ ਵੱਜਦੇ। ਤੇ ਅੱਜ ਬਾਬਾ ਕਬੀਰ ਜੀ ਦੇ ਨਾਲ ਜਿੱਥੇ ਬਾਬਾ ਕਬੀਰ ਜੀ ਨੇ ਸਮਝਾਇਆ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਆਖਦੇ, ਕਹਿੰਦੇ ਮਨਮੁਖ ਬੰਦਾ ਅੰਨਾ ਹੋਇਆ, ਕਾਮ ਤੇ ਕ੍ਰੋਧ ਹੱਥੋਂ ਰੋਜ਼ ਲੁੱਟਿਆ ਜਾ ਰਿਹਾ, ਪਰ ਇਹਨੂੰ ਕਿਸੇ ਪ੍ਰਕਾਰ ਵੀ ਸਮਝ ਅਜੇ ਤੱਕ ਨਹੀਂ ਲੱਗੀ। ਗਿਆਨ ਖੜਗ ਪੰਚ ਦੂਤ ਸੰਗਾਰੇ, ਗੁਰਮਤਿ ਜਾਗੈ ਸੋਏ। ਨਾਮ ਰਤਨ ਪਰਗਾਸਿਆ, ਮਨ ਤਨ ਨਿਰਮਲ ਹੋਏ। ਪਹਿਲੋਂ ਤੇ ਦੱਸਿਆ ਵੀ ਲੁੱਟਿਆ ਜਾ ਰਿਹਾ। ਹੁਣ ਜਿਹਨੂੰ ਪਤਾ ਲੱਗ ਗਿਆ ਕਿ ਮੈਂ ਲੁੱਟਿਆ ਜਾ ਰਿਹਾ, ਉਹਨੇ ਕੀ ਕੀਤਾ? ਹੁਣ ਉਹਨੇ ਨਾ ਸ਼ਸਤਰ ਚੁੱਕ ਲਏ ਵੀ ਅੱਜ ਵੱਢ ਦੇਣਾ ਜਿਹੜਾ ਮੇਰੇ ਘਰ ਨੂੰ ਲੁੱਟਣ ਆਇਆ ਨਾ, ਅੱਜ ਨਹੀਂ ਮੈਂ ਜਿਉਂਦਾ ਜਾਣ ਦੇਣਾ। ਹੁਣ ਉਹ ਜਿੰਨੇ
ਸੁਚੇਤ ਜਿਹੜਾ ਹੋ ਗਿਆ, ਜਿਹਨੂੰ ਪਤਾ ਲੱਗ ਗਿਆ ਵੀ ਮੈਂ ਲੁੱਟਿਆ ਜਾ ਰਿਹਾ। ਸਤਿਗੁਰੂ ਕਹਿੰਦੇ ਫਿਰ ਉਹ ਹੱਥ 'ਚ ਫੜਦਾ ਗਿਆਨ ਖੜਗ, ਖੜਗ ਮਤਲਬ ਕਿਰਪਾਨ, ਉਹਨੇ ਗਿਆਨ ਦੀ ਕਿਰਪਾਨ ਫੜ ਲਈ ਹੱਥ 'ਚ। ਹੁਣ ਜਿੰਨੇ ਹੱਥ 'ਚ ਗਿਆਨ ਦੀ ਕਿਰਪਾਨ ਫੜੀ, ਉਹਨੇ ਵੇਖਿਆ ਵੀ ਆਹ ਲੁੱਟਣ ਆਉਂਦੇ 5 ਜਣੇ ਮੈਨੂੰ, ਉਹਨੇ ਪੰਜੇ ਹੀ ਸੰਘਾਰਤੇ। ਗਿਆਨ ਖੜਗ ਪੰਚਦੂਤ ਸੰਘਾਰੇ, ਪੰਜੇ ਦੇ ਪੰਜੇ ਦੂਤ ਸੰਘਾਰ, ਤੇ ਸੰਘਾਰ ਮਤਲਬ ਮਾਰ ਦੇਣਾ, ਉਹਨਾਂ ਨੂੰ ਖਤਮ ਕਰ ਦੇਣਾ। ਕਹਿੰਦੇ ਗਿਆਨ ਦੀ ਖੜਗ ਨਾਲ 5 ਦੂਤ ਜਿਹੜੇ ਲੁੱਟਣ ਆਉਂਦੇ ਸਨ ਘਰ ਨੂੰ, ਮੈਂ ਉਹ ਪੰਜੇ ਦੇ ਪੰਜੇ ਸੰਘਾਰ ਦਿੱਤੇ। ਗੁਰਮਤਿ ਜਾਗੈ ਸੋਏ। ਪਰ ਇਹ ਮੈਨੂੰ ਉਦਣ ਪਤਾ ਲੱਗਾ ਜਿੱਦਣ ਮੈਂ ਗੁਰੂ ਦੀ ਮੱਤ ਲਈ, ਜਿੱਦਣ ਮੈਂ ਗੁਰੂ ਕੀ ਮੱਤ ਨਾਲ ਜਾਗਰਿਤ ਹੋਇਆ, ਜਿਸ ਦਿਨ ਗੁਰੂ ਕੀ ਮੱਤ ਲੈ ਕੇ ਸੁਚੇਤ ਹੋਇਆ, ਉਦਣ ਫਿਰ ਗੁਰੂ ਨੇ ਮੈਨੂੰ ਗਿਆਨ ਕੀ ਖੜਗ ਪਕੜਾਈ। ਤੇ ਉਹ ਜਿਹੜੀ ਗਿਆਨ ਦੀ ਖੜਗ ਦਿੱਤੀ ਨਾ, ਨਾਲ ਸਤਿਗੁਰੂ ਨੇ ਆਖਤਾ ਵੀ ਇਸੇ ਖੜਗ ਨਾਲ ਉਹਨਾਂ ਨੇ ਮਰਨਾ ਹੀ। ਆਹੀ ਕਿਰਪਾਨ ਹੈ ਜਿਸ ਕਿਰਪਾਨ ਨਾਲ ਉਹਨਾਂ ਦੀ ਮੌਤ ਹੋਣੀ ਹੈ, ਇਹ ਤੋਂ ਬਿਨਾ ਉਹਨਾਂ ਦੀ ਮੌਤ ਨਹੀਂ ਹੋ ਸਕਦੀ। ਤੂੰ ਜਿਹੜਾ ਮਰਜ਼ੀ ਹਥਿਆਰ ਵਰਤ ਲਾ, ਪਰ ਜਿੱਦਣ ਗਿਆਨ ਦੀ ਖੜਗ ਵਰਤੇਗਾ ਨਾ, 5 ਦੂਤਾਂ ਦਾ ਸੰਘਾਰ ਉਦਣ ਹੀ ਹੋਣਾ ਹੈ। ਗੁਰਮਤਿ ਜਾਗੈ ਸੋਏ। ਹੁਣ ਕਹਿੰਦੇ ਜਦੋਂ ਮੈਂ ਪੰਜੇ ਸੰਘਾਰ ਲਏ ਨਾ, ਮਾਰ ਦਿੱਤੇ ਪੰਜੇ, ਆਪਣਾ ਘਰ ਵੇਖਿਆ ਮੈਂ, ਤੇ ਘਰ ਵਿੱਚ ਨਾ ਨਾਮ ਰਤਨ ਪ੍ਰਗਾਸਿਆ, ਹੀਰੇ ਚਮਕ ਚਮਕ ਪੈਂਦੇ ਸੀ। ਜਿਨ੍ਹਾਂ ਨੂੰ ਲੁੱਟਣ ਉਹ ਚੋਰ ਆਉਂਦੇ ਸੀ ਨਾ, ਜਿੱਦਣ ਮੈਂ ਉਹ ਪਤਾ ਲੱਗ ਗਿਆ ਵੀ ਮੈਨੂੰ ਇਹ ਲੁੱਟ ਰਹੇ, ਮੇਰੇ ਘਰ 'ਚ ਕੀਮਤੀ ਹੀਰੇ ਮੋਤੀ ਜਵਾਹਰਾਤ ਨੇ, ਇਹ ਰੋਜ਼ ਲੁੱਟ ਕੇ ਜਾ ਰਹੇ, ਜਿੱਦਣ ਉਹਨਾਂ ਪੰਜਾਂ ਨੂੰ ਸੰਘਾਰਤਾ, ਮਾਰ ਦਿੱਤਾ, ਉਦਣ ਮੇਰੇ ਮਨ ਨੇ ਇਹ ਆਖਿਆ ਵੀ ਵੇਖ ਤੇ ਸਹੀ ਕਿਹੜੇ ਰਤਨ ਸਨ ਜਿਹੜੇ ਲੁੱਟ ਕੇ ਜਾ ਰਹੇ। ਤੇ ਗੁਰੂ ਅਮਰਦਾਸ ਕਹਿੰਦੇ ਜਦੋਂ ਵੇਖਿਆ ਫਿਰ ਪਤਾ ਲੱਗਾ ਨਾਮ ਰਤਨ ਪ੍ਰਗਾਸਿਆ। ਅੰਦਰ ਤੇ ਵਾਕਈ ਝਿਲਮਿਲ ਹੋ ਰਹੀ ਸੀ ਉਹਨਾਂ ਰਤਨਾਂ ਦੀ, ਵਾਕਈ ਬੜਾ ਨੂਰ ਸੀ ਉਹਨਾਂ ਰਤਨਾਂ ਦਾ, ਵਾਕਈ ਉਹ ਰਤਨ ਬੜੇ ਪ੍ਰਕਾਸ਼ਿਤ ਸਨ। ਤੇ ਮਨ ਤਨ ਨਿਰਮਲ ਹੋਏ, ਵੇਖਦਿਆਂ ਸਾਰੀ ਮਨ ਤੇ ਤਨ ਠੰਡਾ ਠਾਰ ਹੋ ਗਿਆ, ਨਿਰਮਲ ਹੋ ਗਿਆ ਮਨ ਤੇ ਤਨ, ਜਦੋਂ ਉਹਨਾਂ ਨਾਮ ਰਤਨ ਨੂੰ ਮੈਂ ਆਪਣੀਆਂ ਅੱਖਾਂ ਨੇਤਰਾਂ ਨਾਲ ਵੇਖ ਲਿਆ। ਨਾਮ ਹੀਨ ਨਕਟੇ ਫਿਰਹਿ, ਬਿਨ ਨਾਵੇ ਬਹਿ ਰੋਏ। ਨਾਨਕ ਜੋ ਧੁਰ ਕਰਤੈ ਲਿਖਿਆ, ਸੋ ਮੇਟ ਨਾ ਸਕੈ ਕੋਏ। ਅਖੀਰੀ ਪੰਕਤੀਆਂ ਵਿੱਚ ਆ ਕੇ ਸਤਿਗੁਰੂ ਕਹਿੰਦੇ ਨਾਮਹੀਨ, ਜਿਹੜੇ ਨਾਮ ਤੋਂ ਹੀਣੇ ਨੇ, ਨਕਟੇ ਫਿਰੈ, ਉਹ ਬੇਇੱਜ਼ਤ ਫਿਰਦੇ ਨੇ। ਨਕਟੇ ਮਤਲਬ ਨੱਕ ਵੱਡੇ ਹੋਏ, ਨੱਕ ਵੱਡਿਆ ਜਾਣਾ ਮਤਲਬ ਬੇਇੱਜ਼ਤ ਹੋ ਜਾਣਾ। ਨਾਮਹੀਨ ਨਕਟੇ ਫਿਰੈ, ਨਾਮ ਤੋਂ ਹੀਣੇ ਕੀ ਨੇ? ਨੱਕ ਵੱਡੇ ਹੋਏ ਫਿਰ ਰਹੇ, ਮਤਲਬ ਬੇਇੱਜ਼ਤ ਫਿਰ ਰਹੇ। ਬਿਨ ਨਾਮੇ, ਨਾਮ ਤੋਂ ਬਿਨਾ, ਬਹਿ ਰੋਏ, ਉਹ ਵਿਲਕਦੇ ਨੇ, ਰੋਂਦੇ ਨੇ ਉਹ। ਨਾਨਕ ਜੋ ਤੁਰ ਕਰਤੈ ਲਿਖਿਆ। ਤੇ ਹੇ ਨਾਨਕ ਇਹ ਗੱਲ ਆਖੋ ਕਿ ਜੋ ਤੁਰ ਕਰਤੈ ਲਿਖਿਆ, ਜੋ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਲਿਖਿਆ ਹੈ, ਸੋ ਮੇਟ ਨਾ ਸਕੈ ਕੋਈ, ਉਹਨੂੰ ਕੋਈ ਮੇਟ ਨਹੀਂ ਸਕਦਾ। ਇਹ ਧੁਰ ਲਿਖੇ ਤੋਂ ਭਾਵ ਰੱਬ ਦਾ ਬਣਾਇਆ ਹੋਇਆ ਜਿਹੜਾ ਨਿਯਮ ਹੈ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਤੇ ਰੱਬ ਦਾ ਬਣਾਇਆ ਨਿਯਮ ਹੀ ਹੈ ਨਾ, ਜੇ ਅਸੀਂ ਨਾਮ ਨੂੰ ਜਪਾਂਗੇ ਨਹੀਂ ਤੇ ਕੀ ਹੋਏਗਾ? ਨਕਟੇ ਫਿਰਾਂ, ਬੇਇੱਜ਼ਤ ਹੋ ਕੇ ਫਿਰਾਂਗੇ। ਨਾਮ ਨੂੰ ਜਪਾਂਗੇ ਨਹੀਂ, ਬਹਿ ਕੇ ਰੋਣਾ ਪਏਗਾ। ਇਹ ਰੱਬ ਦਾ ਬਣਾਇਆ ਨਿਯਮ ਹੈ, ਮੇਟ ਨਾ ਸਕੈ ਕੋਈ, ਇਹਨੂੰ ਕੋਈ ਮੇਟ ਨਹੀਂ ਸਕਦਾ। ਇੱਜ਼ਤ ਵਾਲੇ ਉਹੀ ਨੇ ਜਿਨ੍ਹਾਂ ਨੇ ਨਾਮ ਚੇਤੇ ਕਰ ਲਿਆ, ਨਾਮ ਨੂੰ ਆਪਣੇ ਜੀਵਨ 'ਚ ਵਸਾ ਲਿਆ। ਉਹਨਾਂ ਨੂੰ ਨਾ ਨਕਟੇ ਫਿਰਨਾ ਪਿਆ, ਮਤਲਬ ਉਹ ਇੱਜ਼ਤ ਵਾਲੇ, ਮਾਣ ਵਾਲੇ, ਸਨਮਾਨ ਵਾਲੇ ਬਣ ਗਏ। ਤੇ ਜਿਨ੍ਹਾਂ ਨਾਮ ਚੇਤੇ ਕਰ ਲਿਆ ਉਹਨਾਂ ਨੂੰ ਰੋਣਾ ਨਹੀਂ ਪਿਆ, ਉਹ ਮੁਸਕਰਾਏ, ਪ੍ਰਸੰਨ ਹੋਏ। ਨਾਨਕ ਜੋ ਤੁਰ ਕਰਤੈ ਲਿਖਿਆ। ਹੇ ਨਾਨਕ ਇਹ ਬਾਤ ਆਖੋ ਕਿ ਆ ਜਿਹੜਾ ਲੇਖ ਹੁਣ ਉਸ ਅਕਾਲ ਪੁਰਖ ਕਰਤੇ ਨੇ ਲਿਖ ਦਿੱਤਾ ਨਾ, ਭਾਵ ਜਿਹੜਾ ਨਿਯਮ ਬਣਾ ਦਿੱਤਾ, ਸੋ ਮੇਟ ਨਾ ਸਕੈ ਕੋਈ, ਉਹਨੂੰ ਮੇਟ ਕੋਈ ਨਹੀਂ ਸਕਦਾ। ਮਤਲਬ ਇੱਜ਼ਤ ਵਾਲਾ ਉਹ ਹੀ ਹੈ ਜਿਹਦੇ ਕੋਲ ਰੱਬੀ ਚਿੰਤਨ ਤੇ ਯਾਦ ਹੈ, ਤੇ ਉਹ ਬੇਇੱਜ਼ਤ ਹੈ ਜਿਹੜਾ ਰੱਬ ਦੇ ਚਿੰਤਨ ਤੋਂ ਪਾਸੇ ਬੈਠਾ ਹੈ। ਆ ਉਪਦੇਸ਼ ਜੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਅੱਜ ਇਹਨਾਂ 2 ਪਾਵਨ ਸ਼ਲੋਕਾਂ ਰਾਹੀਂ ਸਾਨੂੰ ਦੇ ਰਹੇ,
ਕਿ ਭਾਈ ਸੰਸਾਰ ਉੱਤੇ ਆਉਣਾ ਸਾਡਾ ਫਿਟਕਾਰਯੋਗ ਨਾ ਬਣ ਜਾਏ, ਇਸ ਕਰਕੇ ਗੁਰੂ ਕੇ ਸ਼ਬਦ ਨੂੰ ਅਸੀਂ ਚੇਤੇ ਕਰੀਏ। ਤੇ ਜਿਨ੍ਹਾਂ ਚੇਤੇ ਕੀਤਾ ਉਹ ਮਾਣ ਵਾਲੇ ਸਨਮਾਨ ਵਾਲੇ ਬਣ ਗਏ। ਤੇ ਜਿਹੜੇ ਉਸ ਅਕਾਲ ਪੁਰਖ ਕੀ ਯਾਦ ਨੂੰ ਆਪਣੇ ਹਿਰਦੇ 'ਚ ਨਾ ਵਸਾ ਸਕੇ, ਉਹਨੂੰ ਚੇਤੇ ਨਾ ਕਰ ਸਕੇ, ਉਹ ਬੇਇੱਜ਼ਤ ਹੋ ਕੇ ਸੰਸਾਰ ਤੋਂ ਜਾਂਦੇ। ਗੁਰੂ ਸਾਹਿਬ ਮਾਲਕ ਕਿਤੇ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਸਾਡੇ ਸਿਰਾਂ ਉੱਤੇ ਰੱਖਣ, ਕਿਤੇ ਸਤਿਗੁਰੂ ਜੀ ਦੀ ਰਹਿਮਤ ਸਦਕਾ ਪ੍ਰਭੂ ਪਰਮੇਸ਼ਵਰ ਦੀ ਯਾਦ ਸਾਡੇ ਵੀ ਹਿਰਦਿਆਂ 'ਚ ਵਸ ਜਾਏ, ਤਾਂ ਜੋ ਅਸੀਂ ਵੀ ਆਪਣਾ ਜੀਵਨ ਸਤਿਕਾਰਯੋਗ ਬਣਾ ਕੇ ਬੇਇੱਜ਼ਤਾਂ ਵਾਲਾ ਨਹੀਂ, ਇੱਜ਼ਤ ਨਾਲ ਮਾਣ ਤੇ ਸਨਮਾਨ ਨਾਲ ਉਸ ਮਾਲਕ ਦੇ ਦਰ ਤੇ ਜਾਈਏ, ਤਾਂ ਜੋ ਸਾਡੇ ਮਨੁੱਖਾ ਜਨਮ ਸਫਲ ਹੋ ਜਾਣ। ਗੁਰੂ ਅੱਗੇ ਅਰਦਾਸ ਹਰ ਵਕਤ ਕਰਦੇ ਰਿਹਾ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਨਾਮਹੀਨ ਨਕਟੇ ਫਿਰੈ, ਬਿਨ ਨਾਵੈ ਬਹਿ ਰੋਏ। ਨਾਨਕ ਜੋ ਤੁਰ ਕਰਤੈ ਲਿਖਿਆ, ਸੋ ਮੇਟ ਨਾ ਸਕੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।